लोकां दी रजा रब दी ऐलान बब्बरां दा कोई भी होने वाली बोली विच बोली ना देवे। जे किसी ने बोली दी तो उसनूं सरकार का एजेंट समझ के सोधिया जाएगा। ये सत समुद्रों पारों वाली मुट्ठी पर लोग साडे नियमां दी बोली देने वाले कौन ने? ये धरती साडी है, ये रुख साडे ने, इन्हां रुखां दीयां छावां साडीआं ने, हवावां साडीआं ने। कोई भी होने वाली बोली विच बोली ना देवे। सुनो सुनो सुनो। अपने आप को बब्बर कहता है, ऐसे लोगों का हम रैट का माफिक शिकार करेगा। वो हमारे वफादार का कत्ल करता है, डाका डालता है। हम ऐसे लोगों के साथ सख्ती से निपटेगा। लोगों ने जलियांवाले बाग में दंगा किया, हमको गोली चलाना पड़ा। लोगों ने गुरु का बाग में सत्याग्रह किया, हमारे पीटी साहब को लाठी चलाना पड़ा। हम गोली चलाता है, लाठी चलाता है, किस लिए? किस लिए? सिर्फ कानून के लिए, कानून के लिए, कानून के लिए। मकसद बिल्कुल स्पष्ट है। ਅਸੀਂ ਚਾਹੁੰਦੇ ਹਾਂ ਕਿ ਆਪਣੇ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਵਾਈਏ ਤੇ ਅੰਗਰੇਜ਼ਾਂ ਦੇ ਖਿਲਾਫ ਲੜਨ ਲਈ ਸਾਡੇ ਕੋਲ ਸਿਰਫ ਦੋ ਹੀ ਰਾਹ ਨੇ। ਇੱਕ ਮਹਾਤਮਾ ਗਾਂਧੀ ਜੀ ਦਾ ਸ਼ਾਂਤਮਈ ਰਾਹ, ਦੂਸਰਾ ਸਰਗਰਮ ਬਗਾਵਤ ਦਾ ਰਾਹ, ਜਿਸ ਵਿੱਚ ਹਥਿਆਰਾਂ ਦੀ ਵਰਤੋਂ ਨੂੰ ਜਾਇਜ਼ ਤੇ ਜ਼ਰੂਰੀ ਮੰਨਿਆ ਜਾਂਦਾ ਹੈ। ਸਾਡੇ ਲੋਕਾਂ ਨੇ ਸ਼ਾਂਤਮਈ ਸੰਘਰਸ਼ ਚਲਾ ਕੇ ਵੇਖ ਲਏ ਤੇ ਅਸਰ ਆ ਰਿਹਾ ਹੱਥਾਂ ਬਾਜੋ ਦੁਹਰਾਉਣੇ ਪੈਣਗੇ। ਚੁੰਕਾਰ ਅਜ ਹਮਾ ਹੀਲ ਤੇ ਦਰਦ ਜਸ਼ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲੇ ਕਦਰ ਵਾਂਗ ਇਨਕਲਾਬ ਕੀਤਾ ਜਾਵੇ। ਸਾਡਾ ਜੱਥਾ ਲੋਕਾਂ ਨੂੰ ਤਿਆਰ ਕਰਨ ਲਈ ਪਿੰਡਾਂ ਵਿੱਚ ਚੱਕਰ ਲਾਏ, ਪ੍ਰਚਾਰ ਕਰੇ ਤੇ ਪੁਲਿਸ ਦੇ ਹੱਥ ਨਾ ਆਵੇ ਤੇ ਜੇ ਕੋਈ ਫਰਨ ਪਵੇ ਤੇ ਫੜਕਾ ਕੱਢਿਆ ਜਾਵੇ। ਪਿੰਡਾਂ ਵਿੱਚ ਨੰਬਰਦਾਰਾਂ, ਜਾਇਦਾਰਾਂ, ਸਫੈਦ ਪੋਸ਼ਾਂ ਨੂੰ ਡਰਾ ਕੇ ਬੇਕਾਰ ਕਰ ਦਿੱਤਾ ਜਾਵੇ। ਸਾਡੇ ਜੱਥੇ ਦਾ ਨਾਮ ਹੋਵੇਗਾ ਚੱਕਰਵਰਤੀ ਜੱਥਾ। ਅਸੀਂ ਲੜਾਈਆਂ ਲੜਦੇ ਹਾਂ, ਹਥਿਆਰ ਚੁੱਕਦੇ ਹਾਂ। ਕਿਸ ਲਈ? ਸਿਰਫ ਆਜ਼ਾਦੀ ਲਈ, ਸਿਰਫ ਆਜ਼ਾਦੀ ਲਈ, ਸਿਰਫ ਆਜ਼ਾਦੀ ਲਈ। ਪੁੱਛਦੀ ਆ ਪਰ ਤੂੰ ਦੱਸਦਾ ਹੀ ਕੁਝ ਨਹੀਂ। ਕੀ ਦੱਸਾਂ? ਇਹੋ ਹੀ ਕਿ ਤੇਰੇ ਮਨ 'ਚ ਕੀ ਆ? ਸਮਾਂ ਆਉਂਦੇ ਸਾਰਾ ਕੁਝ ਦੱਸ ਦੇਵਾਂਗੇ। ਉਹ ਬਸ ਅਜੀਬ ਜਿਹੀ ਗੱਲਾਂ ਹੀ ਕਰਦਾ ਰਹਿਣਾ ਆ। ਤੂੰ ਇਹੋ ਪੁੱਛਣਾ ਚਾਹੁੰਦੀ ਆ ਨਾ ਕਿ ਮੈਂ ਫੌਜ ਵਿੱਚੋਂ ਨਾਵਾਂ ਕਿਉਂ ਕਟਵਾਇਆ? ਬਸ ਇਹ ਸਮਝ ਲੈ ਕਿ ਮੇਰਾ ਜੀ ਨਹੀਂ ਕਰਦਾ। ਪਰ ਕਿਉਂ ਨਹੀਂ ਜੀ ਲੱਗਿਆ? ਪਿੰਡ ਦੀ ਯਾਦ ਆ ਰਹੀ ਸੀ, ਤੇਰੀ ਯਾਦ ਆ ਰਹੀ ਸੀ। ਐਵੇਂ ਬੁਝਾਰਤਾ ਨਾ ਪਾ ਨਾ। ਅੱਗੇ 5 ਸਾਲਾਂ ਦੇ ਵਿੱਚ ਨਾ ਤੈਨੂੰ ਪਿੰਡ ਦੀ ਯਾਦ ਆਈ ਤੇ ਨਾ ਹੀ ਮੇਰੀ ਆਈ। ਅੱਛਾ, ਜੇ ਤੂੰ ਪੁੱਛਣਾ ਚਾਹੁੰਦੀ ਆ ਤਾਂ ਸੁਣ। ਮੈਂ ਇੱਕ ਫੌਜ ਵਿੱਚੋਂ ਨਾਵਾਂ ਕਟਵਾਇਆ ਤੇ ਦੂਜੀ ਫੌਜ ਵਿੱਚ ਭਰਤੀ ਹੋ ਗਿਆ। ਕਿਹੜੀ ਫੌਜ? ਤੂੰ ਜਾਣ ਕੇ ਕੀ ਲੈਣਾ? ਕਿਉਂ? ਮੇਰਾ ਕੋਈ ਹੱਕ ਨਹੀਂ। ਤੇਰੇ ਸਾਰੇ ਹੱਕ ਨੇ, ਪਰ ਜਿਸ ਫੌਜ ਵਿੱਚ ਮੈਂ ਹੁਣ ਭਰਤੀ ਹੋਇਆ ਇਹਦਾ ਡਿਸਪਲਿਨ ਸਖਤ ਹੈ ਤੇ ਸਾਨੂੰ ਇਜਾਜ਼ਤ ਨਹੀਂ ਕਿ ਇਹਦਾ ਭੇਦ ਕਿਸੇ ਨੂੰ ਦੇਈਏ। ਮੈਨੂੰ ਵੀ ਨਹੀਂ? ਨਹੀਂ, ਤੈਨੂੰ ਨਹੀਂ। ਪਰ ਜੇ ਮੈਨੂੰ ਕੋਈ ਪੁੱਛੇ ਵੀ ਤੂੰ ਕਿੱਥੇ ਗਿਆ ਆ, ਕਿਆ ਤੂੰ ਪਤਾ ਨਹੀਂ? ਨਾ ਮੈਂ ਨਹੀਂ ਗਾ ਕਹਿਣਾ। ਫੇਰ ਤੇ ਅਗਲੇ ਇਹੋ ਸੋਚਣਗੇ ਵੀ ਤੂੰ ਮੇਰੇ ਨਾਲ ਲੜ ਕੇ ਗਿਆ ਹੁਣ। ਉਹ ਜੇ ਸੋਚਦੇ ਤਾਂ ਸੋਚ ਲੈਂਦੇ, ਇਸ ਵਿੱਚ ਤੇਰੀ ਭਲਾਈ ਏ। ਪਰ ਤੂੰ ਮੈਨੂੰ ਦੱਸਦਾ ਕਿਉਂ ਨਹੀਂ? ਮੈਨੂੰ ਤੇਰੀ ਸਹੁੰ ਲੱਗੇ, ਮੈਂ ਕਿਸੇ ਨੂੰ ਨਹੀਂ ਦੱਸਦੀ। ਸਾਡੀ ਫੌਜ ਦਾ ਡਿਸਪਲਿਨ ਹੈ ਕਿ ਕਿਸੇ ਨੂੰ ਨਹੀਂ ਦੱਸਣਾ ਤੇ ਖਾਸ ਕਰਕੇ ਔਰਤਾਂ ਬਾਰੇ ਤਾਂ ਮਸ਼ਹੂਰ ਹੈ ਕਿ ਇਹ ਕੋਈ ਭੇਦ ਦਿਲ ਵਿੱਚ ਨਹੀਂ ਰੱਖ ਸਕਦੀਆਂ। ਇਹ ਵੀ ਤਾਂ ਮਰਦਾਂ ਨੇ ਮਸ਼ਹੂਰ ਕੀਤਾ ਹੋਇਆ ਹੈ। ਉਹ ਕੀ ਜਾਣਨ ਕਿ ਕਿੰਨੇ ਹੀ ਭੇਦ ਨੇ ਜਿਹੜੇ ਔਰਤ ਸਾਰੀ ਉਮਰ ਆਪਣੇ ਸੀਨੇ ਨਾਲ ਲਾ ਕੇ ਰੱਖਦੀ ਏ, ਮਰ ਜਾਂਦੀ ਏ ਪਰ ਜ਼ੁਬਾਨ ਨਹੀਂ ਖੋਲਦੀ। ਰੱਖਣੀ ਹੈ। ਮਰਦ ਤਾਂ ਇੱਕ ਜੰਗ ਲੜਦੇ ਨੇ, ਛਾਤੀਆਂ ਤੇ ਤਮਗੇ ਲਗਾ ਲੈਂਦੇ ਨੇ, ਪਰ ਉਹਨਾਂ ਨੂੰ ਕੀ ਪਤਾ ਕਿ ਜਦੋਂ ਇਹ ਜੰਗ ਲੜੀ ਜਾ ਰਹੀ ਹੁੰਦੀ ਹੈ ਤਾਂ ਇੱਕ ਔਰਤ ਨੂੰ ਕੀ ਕੀ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ। ਤੂੰ ਤਾਂ ਸੱਚਮੁੱਚ ਰੋਣ ਲੱਗ ਪਈ। ਇਹ ਰੋਣਾ ਤੇ ਹੁਣ ਉਮਰਾਂ ਦਾ ਹੀ ਰੋਣਾ ਹੈ। ਮੈਨੂੰ ਪਤਾ ਹੈ ਜਿਹੜੀ ਜੰਗ ਤੇ ਤੂੰ ਚੱਲਿਆ ਹੈ ਨਾ, ਇਹ ਤੇ ਕਦੇ ਨਾ ਖਤਮ ਹੋਣ ਵਾਲੀ ਜੰਗ ਹੈ। ਤੈਨੂੰ ਕਿਵੇਂ ਪਤਾ? ਸਾਰੇ ਦੁਆਬੇ 'ਚ ਉੱਥਲ ਪੁੱਥਲ ਹੋ ਰਹੀ ਹੈ। ਸੂਬੇਦਾਰ ਦਾ ਕਤਲ, ਪੁਲਿਸ ਤੇ ਫੌਜ ਦੀਆਂ ਗਸ਼ਤਾਂ। ਕਿ ਮੈਂ ਨਹੀਂ ਸਮਝ ਸਕਦੀ ਕਿ ਦੇਸ਼ ਵਿੱਚ ਕਿਹੜੀ ਜੰਗ ਲੱਗਣ ਜਾ ਰਹੀ ਹੈ। ਤੇਰਾ ਰਾਤ ਰਾਤ ਤੱਕ ਘਰੋਂ ਬਾਹਰ ਰਹਿਣਾ, ਗਾਇਬ ਰਹਿਣਾ। ਕਿ ਇਹ ਨਹੀਂ ਦੱਸਦਾ ਕਿ ਤੂੰ ਬੱਬਰਾਂ ਦੇ ਜਥੇ ਵਿੱਚ ਸ਼ਾਮਲ ਹੋ ਗਿਆ ਹੈ। ਅੱਛਾ, ਜੇ ਤੈਨੂੰ ਪਤਾ ਹੀ ਹੈ ਤਾਂ ਮੈਂ ਪੁੱਛਦੀ ਕਿਉਂ ਹੈ? ਮੈਂ ਤਾਂ ਤੇਰੇ ਮੂੰਹੋਂ ਸੁਣਨਾ ਚਾਹੁੰਦੀ ਸਾਂ ਤੇ ਪੁੱਛਣਾ ਚਾਹੁੰਦੀ ਸਾਂ ਕਿ ਆਪ ਤਾਂ ਤੂੰ ਚੱਲਿਆ ਹੈ, ਮੈਨੂੰ ਕਿਹਦੀ ਆਸਰੇ ਛੱਡ ਕੇ ਚੱਲਿਆ ਹੈ? ਰਤਨੀਏ, ਸਾਰਾ ਪਿੰਡ ਤੇਰੀ ਰਖਵਾਲੀ ਕਰੇਗਾ। ਇਹ ਬਸ ਕਹਿਣ ਦੀਆਂ ਗੱਲਾਂ ਨੇ। ਇਹ ਜੰਗ ਇਸ ਧਰਤੀ ਤੇ ਪਹਿਲੀ ਵਾਰ ਨਹੀਂ ਲੜੀ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਜੰਗ 100 ਸਾਲ ਲੜੀ ਤੇ ਤੈਨੂੰ ਪਤਾ ਕਿਹਦੇ ਸਿਰ ਤੇ ਲੜੀ? ਕਿਹਦੇ ਸਿਰ ਤੇ ਲੜੀ? ਲੋਕਾਂ ਦੇ ਸਿਰਾਂ ਤੇ ਲੜੀ। ਜਦੋਂ ਜਾ ਕੇ ਜੰਗਲਾਂ ਵਿੱਚ ਲੁਕਦੇ ਤਾਂ ਲੋਕ ਉਹਨਾਂ ਨੂੰ ਰਸਦ ਪਹੁੰਚਾਉਂਦੇ ਹੁੰਦੇ ਸੀ। ਪਰ ਉਦੋਂ ਲੋਕੀ ਜਾਣਦੇ ਸੀ ਵੀ ਇਹ ਸਿੰਘ
ਹੱਕ ਦੀ ਤੇ ਸੱਚ ਦੀ ਲੜਾਈ ਹੈ। ਪਰ ਜਾਬਰ ਅੱਗੇ ਕੋਈ ਨਹੀਂ ਟਿਕਦਾ। ਪੁਲਿਸ ਤੇ ਘੋੜਿਆਂ ਦੀ ਟਾਪ ਸੁਣਦੇ ਸਾਰਾ ਪਿੰਡ ਬਾਰ ਬੰਦ ਕਰਕੇ ਅੰਦਰ ਲੁਕ ਜਾਂਦਾ ਹੈ। ਹਰ ਇੱਕ ਬੰਦੇ ਨੇ ਆਪਣੇ ਕਰਤੱਵ ਅਨੁਸਾਰ ਕੰਮ ਕਰਨਾ ਹੁੰਦਾ। ਦੂਜਿਆਂ ਦੇ ਆਸਰੇ ਸ਼ੁਰੂ ਕੀਤਾ ਕੰਮ ਕਦੀ ਵੀ ਸਿਰੇ ਨਹੀਂ ਚੜ੍ਹਦਾ। ਮਨੁੱਖ ਦੇ ਇਤਿਹਾਸ ਦੀ ਹਰ ਇੱਕ ਸਤਰ ਇਸੇ ਅਸੂਲ ਤੇ ਲਿਖੀ ਗਈ ਹੈ। ਕੁੰਨਨ ਸਿਆਂ ਘਰੇ ਹੀ ਹੈ। ਉਹ ਲੰਘਿਆ ਤਾਈ ਘਰ ਹੀ ਆ। ਸੁਖ ਨਾਲ ਦੂਰ ਰਾਣੀ ਵੀ ਇੱਥੇ ਹੀ ਹੈ। ਪੈਰੀ ਪੈਂਦੀ ਹੈ ਤਾਈ ਜੀ। ਜਿਉਂਦੀ ਰਹਿਤੀ ਏ। ਕੁੜੇ ਤੇਰੀਆਂ ਅੱਖਾਂ ਕਿਉਂ ਲਾਲ ਨੇ? ਤੈਨੂੰ ਕੁਝ ਕਿਹਾ ਤੇ ਨਹੀਂ ਇਹਨੇ? ਤਾਈ ਜੀ ਮੈਂ ਕੁਝ ਨਹੀਂ ਕਿਹਾ, ਐਵੇਂ ਮੇਰੇ ਜਾਨ ਦੀ ਗੱਲ ਸੁਣ ਕੇ ਉਦਾਸ ਹੋ ਗਈ ਹੈ। ਤੂੰ ਕਿੱਥੇ ਚੱਲਿਆ ਭਾਈ? ਤੂੰ ਤੇ ਕਹਿੰਦਾ ਕਿ ਮੈਂ ਫੌਜ ਚੋਂ ਨਾਵਾਂ ਕਟਾ ਕੇ ਆ ਗਿਆ। ਤਾਈ ਫੌਜ ਵਿੱਚੋਂ ਤਾਂ ਨਾਵਾਂ ਕਟਵਾਇਆ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਹੁਣ ਘਰ ਹੱਥ ਤੇ ਹੱਥ ਰੱਖ ਕੇ ਬੈਠਾ ਰਹਿਣਾ। ਆ ਭਾਈ ਹੱਥ ਤੇ ਹੱਥ ਰੱਖ ਕੇ ਤੇ ਨਹੀਂ ਬੈਠਾ ਜਾਂਦਾ। ਕੋਈ ਕੰਮ ਧੰਦਾ ਤੇ ਕਰਨਾ ਹੀ ਪੈਂਦਾ ਏ। ਤਾਈ ਆ ਤੇਰੀ ਨੂੰਹ ਪਤਾ ਕੀ ਕਹਿੰਦੀ ਹੈ? ਹਾਂ। ਕਹਿੰਦੀ ਮੈਂ ਤਾਂ ਗੋਡੇ ਮੋਢੀ ਬੈਠਾ ਰਹਾਂ। ਨਾ ਧੀਏ, ਮਰਦ ਕੰਮ ਕਰਦੇ ਹੀ ਚੰਗੇ ਲੱਗਦੇ ਆ। ਪਰ ਤਾਈ ਜੀ ਇਹਨੂੰ ਪੁੱਛੋ ਵੀ ਕਿਹੜੀਆਂ ਕਮਾਈਆਂ ਤੇ ਚੱਲਿਆ ਏ? ਕੁੰਨਨ ਸੋ ਮਾੜੀਆਂ ਕਮਾਈਆਂ ਨਹੀਂ ਕਰਦਾ। ਕਿਉਂ ਕੁੰਨਨ ਸਿਆਣਾ? ਕਿੱਧਰ ਚੱਲਿਆ ਤੂੰ? ਤਾਈ ਤੇਰੇ ਕੋ ਗੱਲ ਲੁਕਾ। ਜਿਹੜੇ ਰਾਹ ਤੇ ਸਾਡਾ ਤਾਇਆ ਚੱਲਿਆ ਸੀ ਨਾ, ਮੈਂ ਵੀ ਹੁਣ ਉਸੇ ਰਾਹ ਤੇ ਚੱਲਣਾ। ਕੁੰਨਨ ਸਿਆ ਤੂੰ ਕਿਤੇ ਬੱਬਰਾਂ ਦੇ ਜਾਨੇ ਨਾਲ ਤੇ ਨਹੀਂ ਰਲ ਗਿਆ? ਹਾਂ ਤਾਈ। ਦੇਖ ਲਾ ਤਾਈ, ਤੈਨੂੰ ਤੇ ਇੱਕ ਮਿੰਟ 'ਚ ਹੀ ਦੱਸ ਦਿੱਤਾ ਸੁ। ਮੈਨੂੰ ਤਾਂ ਸਵੇਰ ਦੇ ਆਵੇਂ ਝਾੜ ਤੇ ਪਾਉਣ ਡਿਆ ਏ। ਕਿਉਂ ਭਾਈ ਕੀ ਕਹਿੰਦੀ ਹੈ ਕੁੜੀ? ਹਾਂ ਤਾਈ ਠੀਕ ਕਹਿੰਦੀ। ਮੈਂ ਇਹਨੂੰ ਦੱਸਣੋਂ ਡਰਦਾ ਸੀ ਕਿ ਕਿਧਰੇ ਤੈਨੂੰ ਮਨਾ ਹੀ ਨਾ ਕਰਦੇ। ਤੁਸੀਂ ਬੰਦੇ ਆਪਣੇ ਆਪ ਨੂੰ ਬੜੇ ਸੂਰਮੇ ਸਮਝਦੇ ਹੋ ਤੇ ਸੋਚਦੇ ਹੋ ਕਿ ਜਨਾਨੀਆਂ ਤੁਹਾਡੇ ਰਾਹ 'ਚ ਰੋੜਾ ਬਣਨਗੀਆਂ। ਹੈ ਤੇਰਾ ਤਾਇਆ ਵੀ ਏਦਾਂ ਹੀ ਸਮਝਦਾ ਹੁੰਦਾ ਸੀ। ਬਾਅਦ 'ਚ ਉਹਨੂੰ ਪਤਾ ਲੱਗਾ ਕਿ ਅਸੀਂ ਵੀ ਕੁਝ ਕਰਨ ਦਾ ਹੌਸਲਾ ਰੱਖਦੀਆਂ। ਮੈਨੂੰ ਪਤਾ ਸੀ ਉਹ ਗਦਰੀ ਬਾਬਿਆਂ ਦੀ ਲੜਾਈ ਲੜਦਾ ਪਿਆ ਹੈ। ਜਦੋਂ ਜੈਲਦਾਰ ਨੇ ਚੁਗਲ ਖਾਧੀ ਨਾ, ਪੁਲਿਸ ਦੇ ਹੱਥੋਂ ਮਾਰਿਆ ਗਿਆ, ਉਦੋਂ ਮੇਰੇ ਮਨ ਨੂੰ ਥੋੜੀ ਠੇਸ ਪਹੁੰਚੀ ਸੀ ਤੇ ਨਿਮਾਣੀ ਜੀ ਜ਼ਿੰਦਗੀ ਨੂੰ ਖੁੱਲਿਆ ਛੱਡ ਗਿਆ। ਪਰ ਇਹ ਸਿਰ ਹਮੇਸ਼ਾ ਮਾਣ ਮੱਤਾ ਰਿਹਾ। ਉਹਨਾਂ ਸਿਆ ਅੱਜ ਜੈਲਦਾਰ ਦੀ ਹਵੇਲੀ ਬੜੀ ਚੁੱਭਦੀ, ਪਤਾ ਨਹੀਂ ਕਦੋਂ ਥੇ ਹੋਣੀ ਆ। ਤਾਈ ਜੀ ਮਨਾ ਮੈਂ ਵੀ ਕਦੋਂ ਕਰਦੀ ਆ। ਮੈਂ ਤੇ ਇਹੋ ਕਹਿੰਦੀ ਆ ਵੀ ਜਿੱਥੇ ਵੀ ਜਾਣਾ ਆ ਮੈਨੂੰ ਦੱਸ ਕੇ ਜਾਵੇ। ਇਹਦੇ ਪਿੱਛੋਂ ਮੈਂ ਇਕੱਲੀ ਕੀ ਕਰੂੰਗੀ? ਆਖਰ ਮੇਰੇ ਜਿੰਮੇ ਵੀ ਤਾਂ ਕੋਈ ਕੰਮ ਹੋਊਗਾ ਹੀ। ਕੰਮ ਦੱਸਿਆ ਨਹੀਂ ਦੱਸੇ ਜਾਂਦੇ ਧੀਰੇ। ਜਿਉਂ-ਜਿਉਂ ਲਹਿਰ ਚੱਲੂਗੀ ਤੇਰੇ ਵਾਸਤੇ ਵੀ ਕੋਈ ਕੰਮ ਨਿਕਲ ਆਊਗਾ। ਕਿਉਂ ਕੁੰਨਨ ਸਿਆ ਕਿੱਧਰ ਚੱਲਿਆ? ਤਾਈ ਬੱਬਰਾਂ ਨੇ ਫੈਸਲਾ ਕਰ ਲਿਆ ਕਿ ਫਰੰਗੀ ਰਾਜ ਦਾ ਜੜਾ ਉਖਾੜਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਹਨਾਂ ਦੇ ਝੋਲੀ ਚੁੱਕਾਂ ਦਾ ਨਿਬੇੜਾ ਕੀਤਾ ਜਾਵੇ। ਤਾਈਆਂ ਫਿਰ ਸਰਕਾਰ ਨੇ ਮੋٹے-ਮੋٹے ਨਾਮ ਰੱਖਦੇ ਆ, ਨਾਲੇ ਮੁਰੱਬੇ। ਤਾਈ ਮੁਰੱਬੇ ਤਾਂ ਇਹਨਾਂ ਨੂੰ ਇਹੋ ਜਿਹੇ ਦੇਣੇ ਨਾ, ਆਉਣ ਵਾਲੀਆਂ ਪੁਸ਼ਤਾਂ ਤੱਕ ਯਾਦ ਰੱਖਣਗੇ ਨਾ। ਤਾਈ ਤੂੰ ਦੱਸ, ਤੂੰ ਕਿੱਧਰ ਆਈ ਸੀ? ਮੈਂ ਪੁੱਤ ਤੇਰੇ ਵੱਲ ਹੀ ਆਈ ਸਾਂ। ਤੈਨੂੰ ਕਹਿਣ ਆਈ ਸਾਂ ਕਿ ਬੱਬਰਾਂ ਨੂੰ ਕਹਿ ਦੇ ਕਿ ਜੈਲਦਾਰ ਦਾ ਕੰਡਾ ਜ਼ਰੂਰ ਕੱਢਣਾ। ਅੱਛਾ ਤਾਈ। ਤਾਈ ਜੀ ਇਹਨੂੰ ਵੀ ਕਹਿ ਦੋ ਕਿ ਜਿੱਥੇ ਜਾਣਾ ਹੈ ਮੈਨੂੰ ਦੱਸ ਕੇ ਜਾਵੇ। ਜੇ ਇਸ ਧਰਤੀ ਦੇ ਪੁੱਤਾਂ ਨੇ ਸੂਰਮ ਗਤੀ ਦੀਆਂ ਰਵਾਇਤਾਂ ਅੱਗੇ ਤੋਰੀਆਂ ਨੇ ਤਾਂ ਧਰਤੀ ਦੀਆਂ ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ। ਸੁਣ ਲਿਆ ਹੀ ਚੰਗਾ ਧੀਏ, ਤੁਹਾਡੇ ਕੋਲ ਆ ਕੇ ਨਾ ਮੇਰੀ ਰੂਹ ਨੂੰ ਤਸਕੀਨ ਜੀ ਮਿਲ ਜਾਂਦੀ ਹੈ। ਚੰਗਾ ਪੁੱਤ, ਚੇਤਾ ਰੱਖੀ ਕਿ ਜੈਲਦਾਰ ਦਾ ਕੰਡਾ ਜ਼ਰੂਰ ਕੱਢਣਾ ਹੈ। ਇਹਦੀ ਹਵੇਲੀ ਮੇਰੀਆਂ ਅੱਖਾਂ 'ਚ ਬੜੀ ਰੜਕਦੀ ਹੂੰ। ਤਾਈ ਜੇ ਤੇਰੀਆਂ ਅੱਖਾਂ 'ਚ ਰੜਕਦੀ ਆ ਨਾ ਤਾਂ ਸਾਡੀਆਂ ਅੱਖਾਂ ਵਿੱਚ ਵੀ ਰੜਕਦੀ ਹੈ। ਕਿੱਦਾਂ ਯਾਦ ਕੀਤਾ ਏ? ਜੈਲਦਾਰ ਜੀ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ। ਹੁਕਮ ਕਰਾ ਜਨਾਬ। ਤੁਹਾਨੂੰ ਪਤਾ ਹੈ ਨਾ? ਗੋਲੀ ਕਿਦੀ ਤੇ ਗਹਿਣੇ ਕਿਦੇ? ਤੁਹਾਨੂੰ ਪਤਾ ਹੈ ਨਾ ਜੈਲਦਾਰ ਜੀ, ਬੱਬਰ ਲਹਿਰ ਇਲਾਕੇ 'ਚ ਬਹੁਤ ਜ਼ਿਆਦਾ ਫੈਲ ਗਈ ਹੈ। ਉਹ ਤਾਂ ਫੈਲ ਨਹੀਂ ਹੋਈ ਜਨਾਬ। ਕੋਈ ਦਿਨ ਨਹੀਂ ਗੁਜ਼ਰਦਾ ਜਦੋਂ ਬੱਬਰਾਂ ਨੇ ਦਿਨ ਦਿਹਾੜੇ ਜਲਸੇ ਕਰਕੇ ਲੋਕਾਂ ਨੂੰ ਅੰਗਰੇਜ਼ੀ ਰਾਜ ਖਤਮ ਕਰ ਲਈ ਭੜਕਾਇਆ ਨਾ ਹੋਵੇ। ਇਸ ਤੋਂ ਇਲਾਵਾ ਸਾਨੂੰ ਸੂਹ ਮਿਲੀ ਹੈ ਕਿ ਉਹਨਾਂ ਨੇ ਅੰਗਰੇਜ਼ਾਂ ਦੇ ਵਫਾਦਾਰ ਲੋਕਾਂ ਦਾ ਕਤਲ ਕਰਨ ਦਾ ਪ੍ਰੋਗਰਾਮ ਵੀ ਬਣਾਇਆ। ਇਹ ਵੀ ਪਤਾ ਲੱਗਿਆ ਤੁਹਾਨੂੰ ਕਿਵੇਂ ਪਤਾ? ਜਨਾਬ ਉਹ ਖਬਰ ਰੱਖਣਾ ਤੇ ਸਾਡਾ ਪੇਸ਼ਾ ਹੈ। ਪਰ ਅੰਗਰੇਜ਼ ਕਪਤਾਨ ਬਹੁਤ ਪਰੇਸ਼ਾਨ ਹੈ। ਪਰੇਸ਼ਾਨੀ ਤਾਂ ਹੋਣੀ ਹੋਈ ਜਨਾਬ। ਐਡੀ ਵੱਡੀ ਸਲਤਨਤ ਉਹ ਜਿੱਥੇ ਸੂਰਜ ਨਾ ਡੁੱਬਦਾ ਹੋਵੇ, ਕੁਝ ਉਂਗਲਾਂ ਤੇ ਗਿਣੇ ਜਾਣ ਵਾਲੇ ਚੰਦ ਲੋਕ ਉਸ ਨੂੰ ਟਿੱਚ ਸਮਝਣ। ਪਰੇਸ਼ਾਨੀ ਤਾਂ ਹੋਣੀ ਹੋਈ ਨਾ। ਹੈ ਤਾਂ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ,
और पूरे इलाके में उन्होंने वश पाता है। साड़ी पुलिस उन्होंने फर्ज पूरी तरह से रोकी गल कमा जनाब है। बुरा तो नहीं मनोगे हाँ, बुरा क्यों बनना क्या? और जनाब असल में ਤੁਹਾਡੇ ਲੋਕ ਉਹਨਾਂ ਨੂੰ ਫੜਨਾ ਹੀ ਨਹੀਂ ਚਾਹੁੰਦੇ ਕੀ मतलब? ਦਿਨ ਦਿਹਾੜੇ ਜਲਸੇ ਕਰਦੇ ਹੋਣ ਤੇ ਕਾਬੂ ਹੀ ਨਾ ਹੋਣ पर ਜਦੋਂ ਤੱਕ ਸਾਨੂੰ ਇਤਲਾਹ ਹੁੰਦੀ ਹੈ ਉਹ ਅੱਗੇ ਨਿਕਲ ਕੇ ਹੁੰਦੇ ਨੇ। ਉਹ ਜਨਾਬ ਤੁਹਾਨੂੰ ਇਤਲਾਹ ਹੁੰਦੀ ਕਿੱਥੇ ਆ ਕੀ मतलब? ਉਹ ਤੁਹਾਨੂੰ ਇਤਲਾਹ ਸਿਰਫ ਇਤਲਾਹ ਨਹੀਂ ਹੁੰਦੀ ਉਹ ਖਾਨਾ ਪੂਰਤੀ ਲਈ ਇਹ ਕੰਮ ਤੁਸੀਂ ਸਾਡੇ ਤੇ ਛੱਡੋ ਉਹ 2 ਦਿਨਾਂ 'ਚ ਜਥੇਦਾਰ ਵਰਿੰਗ ਫੜਾ ਦਈਏ ਜੈਦਾਰ ਜੀ ਤੁਹਾਨੂੰ ਬੁਲਾਇਆ ਹੈ। ਤੁਹਾਡਾ ਪਿਛਲਾ ਕਿੰਨਾ ਪੀੜ੍ਹੀ ਦਾ ਰਿਕਾਰਡ ਹੈ ਕਿ ਤੁਸੀਂ ਅੰਗਰੇਜ਼ਾਂ ਦੇ ਵਫਾਦਾਰ ਖਾਨਦਾਨ ਵਿੱਚ ਹੋ। ਉਹ ਗਦਰੀ ਬਾਬੇ ਦੀ ਮੂਵਮੈਂਟ ਦੇ ਤੁਹਾਡੀ ਇਤਲਾਹ ਨੇ ਵੱਡੇ ਤੋਂ ਵੱਡੇ ਗਦਰੀ ਬਣਾਏ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਅੰਗਰੇਜ਼ੀ ਸਰਕਾਰ ਨੇ ਵੀ ਸਾਡਾ ਪੂਰਾ ਖਿਆਲ ਰੱਖਿਆ ਹੈ ਉਹ ਮਰਬੇ ਜਗੀਰਾ ਸਾਡੇ ਨਾਲ ਕਰਨ ਵੇਲੇ ਘੱਟ ਨਹੀਂ ਕੀਤੀ ਇਸ ਵਾਰ ਵੀ ਤੁਸੀਂ ਸਾਡੀ ਮਦਦ ਕਰੋ। ਇਨਾਮ ਇਸ ਵਾਰ ਇਸ ਤੋਂ ਵੀ ਵੱਡਾ ਹੈ। ਉਹ ਜਨਾਬ ਤੁਸੀਂ ਹੁਕਮ ਤਾਂ ਕਰੋ ਪਰ ਇਹ ਕੰਮ ਬੜੇ ਧਿਆਨ ਨਾਲ ਕਰਨ ਵਾਲਾ ਹੈ। ਬੱਬਰ ਬੜੇ ਜ਼ਹਿਰੀਲੇ ਸੱਪ ਨੇ। ਜਨਾਬ ਉਹ ਇਹਨਾਂ ਦਾ ਕੰਮ ਤੇ ਚੱਲਦਾ ਰਹਿਣਾ ਤੁਸੀਂ ਫਿਕਰ ਨਾ ਕਰੋ ਪਰ ਜਾਨ ਦਾ ਵੀ ਖਤਰਾ ਹੈ। ਉਹ ਜਨਾਬ ਉਹ ਖਤਰਿਆਂ ਦੇ ਖੇਡਰਾਂ ਤੇ ਸਾਡਾ ਕੰਮ ਹੈ ਖਤਰੇ ਵੱਡੇ ਹੋਣਗੇ ਤੇ ਇਨਾਮ ਵੀ ਤਾਂ ਵੱਡੇ ਹੋਣਗੇ ਇਸ ਵਿੱਚ ਕੋਈ ਸ਼ੱਕ ਹੈ। ਜਨਾਬ ਉਹ ਤੁਸੀਂ ਹੁਕਮ ਕਰੋ ਕਿ ਜਨਾਬ ਦੇ ਹਿੱਸੇ ਕੀ ਕੰਮ ਹੈ ਸਾਡਾ ਬਸ ਇਹੀ ਕੰਮ ਹੈ ਜੈਦਾਰ ਜੀ ਸਾਨੂੰ ਸੂਹ ਦਿੰਦੇ ਰਹੋ ਇਹਨਾਂ ਬੱਬਰਾਂ ਬਾਰੇ ਤਾਂ ਕਿ ਰਾਤ ਬਰਾਤੇ ਇਹਨਾਂ ਨੂੰ ਛਾਪਾ ਮਾਰ ਕੇ ਫੜਿਆ ਜਾ ਸਕੇ। ਦਿਨ ਦਹਾੜੇ ਇਹਨਾਂ ਨੂੰ ਕਾਬੂ ਕਰਨਾ ਆਸਾਨ ਨਹੀਂ। ਜਨਾਬ ਇਹ ਤਾਂ ਗੱਲ ਹੀ ਕੋਈ ਨਹੀਂ ਤੁਸੀਂ ਸਿਰਫ ਦਾਸ ਦਾ ਖਿਆਲ ਰੱਖਣਾ ਦਾਸ ਆਪਦਾ ਖਿਦਮਤਗਾਰ ਵਫਾਦਾਰ ਬਸ ਜੀ ਬੰਦਾ ਹੀ ਆਪਦਾ ਏ ਸਾਡੀ ਖਿਦਮਤ ਦਾ ਅਸੀਂ ਪੂਰਾ ਖਿਆਲ ਰੱਖਾਂਗੇ। ਪਰ ਜੈਦਾਰ ਜੀ ਇਹ ਕੰਮ ਬੜੇ ਧਿਆਨ ਨਾਲ ਕਰਨ ਵਾਲਾ ਹੈ। ਇਸ ਵਾਰ ਸਾਡੀ ਤੇ ਤੁਹਾਡੀ ਦੋਨਾਂ ਦੀ ਇੱਜ਼ਤ ਦਾ ਸਵਾਲ ਹੈ। ਉਹ ਜਨਾਬ ਉਹ ਤੁਹਾਡਾ ਕੰਮ ਤੇ ਸਾਡਾ ਕੰਮ ਕੋਈ ਦੋ ਕੰਮ ਥੋੜਾ ਹੈ ਤੁਹਾਡਾ ਕੰਮ ਸਾਡਾ ਕੰਮ ਤੇ ਸਾਡਾ ਕੰਮ ਤੁਹਾਡਾ ਕੰਮ ਹੁਣ ਇਜਾਜ਼ਤ ਹੈ ਇਜਾਜ਼ਤ। ਮਹਾਰਾਣੀਪੁਰ ਦਾ ਜੈਲਦਾਰ ਇਲਾਕੇ ਦਾ ਹਾਂ ਇੱਜ਼ਤਦਾਰ ਅੰਗਰੇਜ਼ ਦਾ ਹਾਂ ਵਫਾਦਾਰ ਹਰ ਗੱਲ ਦੀ ਮੈਂ ਸੂਹਾ ਰੱਖਦਾ ਸਰਕਾਰ ਹੈ ਚੱਲਦੀ ਮੇਰੇ ਦਮ ਮੁਰੱਬੇ ਜਗੀਰਾਂ ਦਾ ਹਾਂ ਮਾਲਕ ਸਰਕਾਰ ਦਾ ਹਾਂ ਵੱਡਾ ਦਮ ਚਿੱਟੀ ਪਗੜੀ ਸਿਰ ਤੇ ਰੱਖਦਾ ਮੈਨੂੰ ਪਿਆਰਾ ਮੇਰਾ ਜਮ ਝੋਲੀ ਚੁਕਣਾ ਮੇਰਾ ਪੇਸ਼ਾ ਲੋਕੀ ਆਖਣ ਮੈਨੂੰ ਜਮ ਮੈਨੂੰ ਨਾ ਭਰੇ ਸਦਾ ਗਮ ਮੈਨੂੰ ਪਿਆਰਾ ਆਪਣਾ ਜਮ ਕੁਝ ਭੂਤੜੇ ਬੱਬਰੇ ਕਾਲੀ ਐਵੇਂ ਰੌਲਾ ਪਾ ਰਹੇ ਨੇ ਆਖੇ ਮਾਰਨੇ ਝੋਲੀ ਚੁੱਕ ਤੂਫਾਨ ਵਾਧੂ ਉਠਾ ਰਹੇ ਨੇ ਓਏ ਇਹ ਕੀ ਜਾਣਨ ਅੰਗਰੇਜ਼ ਦੀ ਤਾਕਤ ਉਹ ਮੱਥਾ ਕੰਧੀ ਲਾ ਰਹੇ ਨੇ ਹੋ ਕੇ ਜਾਤ ਦੀ ਕੋੜ ਕਿਰਲੀ ਜੰਫੇ ਸੱਤੀ ਵੀ ਪਾ ਰਹੇ ਨੇ ਉਹ ਜਿਸ ਨੇ ਸਾਡੀ ਭੰਡੀ ਕੀਤੀ ਉਹ ਪਿੱਛੋਂ ਤਾਂ ਪਛਤਾਇਆ ਮਾਰੇ ਜੋ ਜੈਲਦਾਰ ਨੂੰ ਹਲੇ ਨਾ ਮਾਣੇ ਜਾਇਆ ਉਹ ਹਲੇ ਨਾ ਮਾਣੇ ਉਹ ਹਲੇ ਨਾ ਮਾਣੇ ਜਾਇਆ ਕੌਣ ਹੈ ਸਰਦਾਰ ਕੀ ਚਾਹੁੰਦੇ ਹੋ ਪੁੱਤ ਲਈ ਇਨਾਮ में आए हैं जगीरां दे काम में आए हैं तगमे खास गुलाम में आए हैं जैदारा तेरी मौत का पैगाम में आए हैं ਸਰਦਾਰਾ ਹੋਸ਼ ਕਰੋ ਇਹ ਮਜ਼ਾਕ ਮੈਨੂੰ ਨਾ ਪਾਉਂਦੇ ਨੇ ओके रंदे कमणियो जो समय ਨੂੰ ਪਾਉਂਦੇ ਨੇ ਜੈਦਾਰਾ ਸਮਝ ਬੱਬਰ ਅਕਾਲੀ ਆਉਂਦੇ ਨੇ ਕਾਲੀ ਹਾਂ ਬੱਬਰ ਅਕਾਲੀ ਜਿਨ੍ਹਾਂ ਦੀ ਮੌਤ ਨਾਲ ਪਿਆਲੀ ਕਾਨਾ ਹਿੰਦ ਗੁਰੇ ਤੋਂ ਖਾਲੀ ਜਿੰਨਾ ਸੋਹਣੇ ਚਕਾਲੀ ਚੋਲੀ ਚੱਕ ਸਭ ਪਾਰ ਬੁਲਾਉਣੇ ਨੇ ਜੈਦਾਰਾ ਸੰਭਲਣ ਬੱਬਰ ਅਕਾਲੀ ਆਉਂਦੇ ਨੇ ਜਨਾਬ ਬਖਸ਼ੋ ਮੇਰੀ ਜਾਨ ਭੋਲਾ ਮੈਂ ਇਨਸਾਨ ਸੇਵਾ ਕਰਨਾ ਮੇਰਾ ਈਮਾਨ ਕੀ ਸੇਵਾ ਦਾ ਹੀ ਨਾ ਕਰੇ ਜਿਹੋ ਜਿਹੀ ਕੋਈ ਸੇਵਾ ਮੇਵਾ ਉਹ ਜਿਹਾ ਝੋਲੀ ਪਾਉਂਦੇ ਨੇ ਜੈਦਾਰਾ ਸੰਭਲਣ ਬੱਬਰ ਅਕਾਲੀ ਆਉਂਦੇ ਨੇ ਚਿੱਤ ਕਰ ਦਿੱਤੇ ਮੈਂ ਸੁਣਿਆ ਸਾਹਿਬ ਦੀ ਮੇਮ ਵੀ ਸੱਪ ਵੇਖਣਾ ਚਾਹੁੰਦੀ ਨਾ ਵਿਖਾ ਦਿੱਤਾ ਨਾ ਫਿਰ ਅਗਲੇ ਨੇ ਸੱਪ ਆਹੋ ਸੂਬੇਦਾਰ ਸਮੇਤ ਸਾਰਿਆਂ ਦੀ ਭੀੜ ਵਜਾ ਦਿੱਤੀ ਪਰ ਹੁਣ ਅੰਗਰੇਜ਼ ਅਫਸਰ ਨਾ ਉਹ ਬਗਲੇ 'ਚ ਦੁੰਗੇ ਪਏ ਓਏ ਬਾਹਰ ਨਹੀਂ ਨਿਕਲਦੇ ਇਹ ਤੇਰੀ ਠੀਕ ਆ
ਪਰ ਆ ਤੀਵੀਆਂ ਇੱਥੋਂ ਕਿਉਂ ਨਹੀਂ ਹਿਲਦੀਆਂ? ਜ਼ਰੂਰ ਦਾਲ 'ਚ ਕੁਝ ਕਾਲਾ ਏ। ਉਹ ਜਿੱਥੇ ਚਾਰ ਜਨਾਨੀਆਂ ਇਕੱਠੀਆਂ ਹੋ ਜਾਣ ਨਾ, ਦਾਲ 'ਚ ਕੁਝ ਨਾ ਕੁਝ ਕਾਲਾ ਹੀ ਹੁੰਦਾ ਹੈ। ਓਏ ਆਹੋ, ਭਾਵੇਂ ਕਿਹਦਾ ਮੂੰਹ ਹੀ ਚੌੜਾ ਕਾਲਾ ਹੋਇਆ ਹੋਵੇ, ਓਏ ਉਸ ਦੀਆਂ ਵੀ ਗੱਲਾਂ ਕਰਦੀਆਂ ਨੇ। ਚੱਲ ਛੱਡ ਪਰਾਂ, ਆਪਾਂ ਕੀ ਲੈਣਾ? ਲੈਣਾ ਲੂਣਾ ਕਿਉਂ ਨਹੀਂ ਆ? ਉਹ ਜਥੇਦਾਰ ਜੀ, ਤੁਸੀਂ ਕਿੱਥੇ ਕਰਦੇ? ਲਾਸ਼ ਪਈ ਏ। ਇਹ ਰੜੇ ਪਈ ਹੈ। ਲਾਸ਼ ਪਈ ਹੈ। ਲੜੇ ਪਈ ਆ। ਨਾ ਜੇ ਲਾਸ਼ ਪਈ ਹੈ ਤਾਂ ਤੁਸੀਂ ਇੱਥੇ ਕੀ ਕਰਦੀਆਂ? ਲਾਸ਼ ਪਈ ਵੇਖਦੀਆਂ। ਚਲੋ ਚਲੋ, ਲਾਸ਼ ਵੇਖਣ ਦੀ ਬਣਾਈ ਹੈ। ਚਲੋ ਚੱਲ ਹੀ ਭੈਣਾ ਚੱਲੀਏ, ਆ ਗਏ ਲਾਸ਼ਾਂ ਦੇ ਵਾਸ। ਰੇੜਤਾ ਬਈ ਰੇੜਤਾ, ਰੇੜਤਾ ਬਈ ਰੇੜਤਾ, ਰੇੜਤਾ ਬਈ ਰੇੜਤਾ, ਰੇੜਤਾ ਬਈ ਰੇੜਤਾ। ਇੱਧਰ ਆ ਓਏ। ਕੀ ਰੇੜਤਾ? ਤੁਹਾਨੂੰ ਨਹੀਂ ਪਤਾ? ਨਹੀਂ, ਸਾਨੂੰ ਨਹੀਂ ਪਤਾ। ਤੇ ਫਿਰ ਸਾਨੂੰ ਵੀ ਨਹੀਂ ਪਤਾ। ਸਾਨੂੰ ਵੀ ਨਹੀਂ ਪਤਾ, ਸਾਨੂੰ ਵੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ, ਪਰ ਸਭ ਨੂੰ ਹੈ ਪਤਾ। ਕੁੰਡਲੇ ਸੱਪ ਦਾ ਹੋਇਆ ਕਤਲ, ਕਾਤਲ ਹੈ ਲਾਪਤਾ, ਕਾਤਲ ਹੈ ਲਾਪਤਾ, ਕਾਤਲ ਹੈ ਲਾਪਤਾ। ਓਏ ਓਏ ਕੀ ਬਕਦਾ ਆ? ਠੀਕ ਹੀ ਬਕਦਾ ਵਾਂ। ਸਮਾਂ ਭਿਆਨਕ ਸੀ, ਆਈ ਕਿਆਮਤ ਸੀ, ਹਮਲਾ ਅਚਾਨਕ ਸੀ। ਪਿਆ ਸੱਪ ਦੇ ਸਿਰ ਡੰਡਾ, ਉਹਦਾ ਨਿਕਲ ਗਿਆ ਕੰਡਾ ਤੇ ਗੱਡਿਆ ਗਿਆ ਝੰਡਾ। ਓਏ ਕਿਸ ਨੇ ਮਾਰਿਆ ਡੰਡਾ? ਤੁਹਾਨੂੰ ਨਹੀਂ ਪਤਾ? ਨਹੀਂ, ਸਾਨੂੰ ਨਹੀਂ ਪਤਾ। ਤੇ ਫਿਰ ਸਾਨੂੰ ਵੀ ਨਹੀਂ ਪਤਾ। ਓਏ ਕੀ ਬੁਝਾਰਤਾ ਪਾਉਂਦਿਆ ਵਾ? ਬੁੱਝ ਲਵੋ, ਬੁੱਝ ਲਵੋ, ਬੁੱਝ ਲਵੋ, ਬੁੱਝ ਲਵੋ। ਜੰਗਲ ਵਿੱਚ ਅੱਗ ਹੈ, ਕਾਲੀ ਉਹਦੀ ਪੱਗ ਹੈ, ਸ਼ੇਰਾਂ ਵਰਗੀ ਅੱਖ ਹੈ ਤੇ ਮੌਤ ਤੋਂ ਨਿਸ਼ੰਗ ਹੈ। ਉਹ ਕਿਹੜਾ ਉਹ ਨੰਗ ਹੈ? ਤੁਹਾਨੂੰ ਨਹੀਂ ਪਤਾ? ਨਹੀਂ, ਸਾਨੂੰ ਨਹੀਂ ਪਤਾ। ਤੇ ਫਿਰ ਸਾਨੂੰ ਵੀ ਨਹੀਂ ਪਤਾ। ਕਾਲੀ ਦੀ ਪੱਕੇ ਸ਼ੇਰਾਂ ਵਰਗੀ ਅੱਖ, ਓਏ ਸਿੱਧੀ ਤਰ੍ਹਾਂ ਬੋਲ। ਕੀ ਮਾਰਦਾ ਚੱਕ? ਅੰਨੇ ਨੇ ਦੇਖ ਰੇ, ਤੁਹਾਡੀ ਅੱਖ 'ਚ ਕੱਖ ਹੈ, ਤੂਫਾਨ ਦੀ ਸ਼ੂਕ ਹੈ, ਨਿਕਲੀ ਗੋਰੇ ਦੀ ਫੂਕ ਹੈ ਤੇ ਚੱਲ ਗਈ ਬੰਦੂਕ ਹੈ। ਓਏ ਕਿਸ ਨੇ ਚਲਾਈ ਬੰਦੂਕ? ਤੁਹਾਨੂੰ ਨਹੀਂ ਪਤਾ? ਨਹੀਂ, ਸਾਨੂੰ ਨਹੀਂ ਪਤਾ। ਤੇ ਫਿਰ ਸਾਨੂੰ ਵੀ ਨਹੀਂ ਪਤਾ। ਜ਼ਰੂਰ ਕੋਈ ਭੇਤ ਹੈ। ਹਾਂ, ਜ਼ਰੂਰ ਕੋਈ ਭੇਦ ਹੈ। ਮੁੱਕ ਗਈ ਖੇਡ, ਛਿੜ ਗਈ ਜੰਗ ਹੈ ਤੇ ਟੁੱਟਿਆ ਪ੍ਰਬੰਧ ਹੈ। ਓਏ ਕਿਹੜੀ ਛੜਗੀ ਜੰਗ ਹੈ? ਤੁਹਾਨੂੰ ਨਹੀਂ ਪਤਾ? ਨਹੀਂ, ਸਾਨੂੰ ਨਹੀਂ ਪਤਾ। ਤੇ ਸਾਨੂੰ ਵੀ ਨਹੀਂ ਪਤਾ। ਚੱਲ ਚੱਲ ਓਏ ਇਹਨੇ ਦੇ ਬੋਲਦੇ ਰਹਿਣਾ। ਆਪਾਂ ਨੂੰ ਲਾਸ਼ ਨੂੰ ਟਿਕਾਣੇ ਲਾਈਏ ਤੇ ਸਾਹਿਬ ਨੂੰ ਰਿਪੋਰਟ ਵੀ ਕਰਨੀ ਆ। ਚੱਲ ਚੱਲ। ਇਹ ਸ਼ਿਕਾ 36 ਤੇ ਘੋਗੇ 37 ਵਿਜਮਾ ਕਿਤੇ 3 ਤੇ ਹੋਗੇ ਪੂਰੇ 40 ਅਸਲਾ 4 ਥਲੇ ਕੁਝ ਨਹੀਂ ਬਚਿਆ। ਲੋਕ ਕਹਿੰਦੇ ਨੇ ਸ਼ਾਹਾਂ ਨੂੰ ਬੜੀਆਂ ਆਮਦਨਾਂ ਨੇ, ਇੱਥੇ ਹਾਸਲ 4 ਆ ਜਾਂਦੇ ਆ, ਪਰ ਬਾਜਦਾ ਪੂਜਾ ਕਿਉਂ ਨਹੀਂ ਹੁੰਦਾ? ਕੁਝ ਸੁਣਿਆ ਨਹੀਂ? ਸਵੇਰ ਦਾ ਸੁਣਦਾ ਹੀ ਪਿਆ ਵਾ। ਆਹੇ ਪਿੰਡ 'ਚ ਰੌਲਾ ਪੈ ਗਿਆ ਈ। ਰੌਲਾ ਪਿਆ ਹੀ ਰਹਿੰਦਾ। ਪਿੰਡ 'ਚ ਪੁਲਿਸ ਵੀ ਆ ਗਈ ਆ। ਪੁਲਿਸ ਆਉਂਦੀ ਰਹਿੰਦੀ ਹੈ। ਮਾਰੇ ਗਏ। ਇਹ ਦੱਸ ਕੌਣ ਮਾਰਿਆ ਗਿਆ? ਕੋਈ ਜੱਟਾਂ ਦਾ ਪੁੱਤਰ ਮਾਰਿਆ ਗਿਆ ਹੋਣਾ। ਇਹ ਜੱਟ ਕੌਮ ਵੀ ਇੱਕ ਦੂਜੇ ਦੇ ਸਿਰ ਪਾੜਨ ਨੂੰ ਫਿਰਦੀ ਆ। ਮੈਂ ਕਹਿੰਦਾ ਵੀ ਸਿਰ ਪਾੜੋ, ਮੁਕੱਦਮੇ ਲੜਦੇ ਨੇ, ਨੰਗੇ ਹੋ ਜਾਂਦੇ, ਫਿਰ ਮੇਰੇ ਨਸੇ ਨਸੇ ਆਉਂਦੇ ਆ। ਛੇਲੇ ਨਵਾਉਣ ਵਾਸਤੇ। ਨਾ ਮੈਂ ਛੇਲੋ ਨਹੀਂ ਬੈਠਾ ਆ, ਹਰ ਵਕਤ ਤੇ ਗੱਲਾਂ ਹੀ ਕਰਦੀ ਰਹਿੰਦੀ ਆ। ਕੀ ਹੋਇਆ ਕਿ ਮੈਂ ਕਿਤੇ ਲੋੜ ਵੇਲੇ ਉਹਦਾ ਕੰਮ ਆ ਜਾਂਦਾ। ਪਰ ਸੁਣ ਤੇ ਸਹੀ ਕੌਣ ਮਾਰਿਆ ਗਿਆ ਇਹ ਏ? ਦੱਸੇ ਸਹੀ ਵੀ ਕੌਣ ਮਾਰਿਆ ਗਿਆ। ਤੇ ਸੁਣ, ਰਾਣੀਪੁਰ ਦਾ ਜੈਦਾਰ ਮਾਰਿਆ ਗਿਆ ਈ। ਇੰਜ ਆਖਣਾ ਰਾਣੀਪੁਰ ਦਾ ਜ਼ਿਆਦਾ ਮਾਰਿਆ ਗਿਆ, ਉਹਨੂੰ ਨਹੀਂ ਸੀ ਮਾਰਨਾ ਚਾਹੀਦਾ। ਉਹ ਕਿਉਂ ਮਰ ਗਿਆ? ਫੜਾਈ ਮੇਰੀ ਬਈ ਜਿਹੜਾ ਮੈਂ ਉਹਦਾ ਖਾਤਾ ਵੇਖਣਾ। ਆਹੇ ਬਈ ਕੀ ਕਰਦੀ ਹੋ? ਉਹਦਾ ਖਾਤਾ ਵੇਖਣਾ ਕਿ ਜ਼ਿਆਦਾ ਕੰਜਰ ਵਰਗ ਪੈਸਾ ਨਹੀਂ ਰਹਿ ਗਿਆ। ਲੈ ਪੈਸਾ ਰਹਿ ਵੀ ਗਿਆ ਹੋਊਗਾ ਤੇ ਕੀ ਕਰੇਗਾ? ਉਹ ਤੇ ਚਲਾ ਗਿਆ ਧਰਮਰਾਜ ਕੋਲ। ਆਪਾਂ ਹੀ ਧਰਮਰਾਜ ਕੋਲ ਚਲੇ ਜਾਓਗੇ, ਸਾਡੀ ਕਿਹੜੀ ਜੁੱਤੀ ਘਰ ਚਲੀ ਆ। ਸ਼ਬਦ ਬੋਲ। ਲੋਕ ਕਿਉਂ ਨਹੀਂ ਬੋਲਣ ਲਿਆ ਕੇ ਸਵਾਮੀ ਮਰਦ ਦੀ ਖਬਰ ਮੇਰੇ ਕੋਲ ਸੁਣਦੀ ਆ। ਕਹਿੰਦੀ ਸ਼ਬਦ ਬੋਲ। ਲੈ ਨਾ ਖਬਰਾਂ ਮੈਂ ਘਰੋਂ ਬਣਾ ਕੇ ਲਿਆਉਣੀ ਆ। ਤੇ ਨਹੀਂ ਬਣਾਉਂਦੀ ਕਿ ਇਹੋ ਜਿਹੀ ਖਬਰਾਂ ਹੁੰਦੀਆਂ ਨੇ। ਮੁਲਕ ਚ ਕਾਲ ਪੈ ਗਿਆ, ਲੋਕ ਭੁੱਖੇ ਮਰਦੇ ਪਏ ਨੇ ਤੇ ਭਾਅ ਵੱਧ ਗਏ ਆ। ਹਾਂ, ਤੂੰ ਜੋ ਨਾ ਮੁਲਕ 'ਚ ਕਾਰ ਪੈ ਜਵੇ ਤੇ ਲੋਕੀ ਭੁੱਖੇ ਹੀ ਮਰ ਜਾਣ। ਤੂੰ
ਚਾਹੁੰਦੀ ਕਿ ਮੈਂ ਭੁੱਖਾ ਹੀ ਮਰਿਆ ਰਹਾਂ ਹਰ ਵਕਤ ਨਾ ਭਾਵ ਵਧਣ ਤੇ ਨਾ ਕਾਲ ਪਵੇ ਤੂੰ ਨਹੀਂ ਭੁੱਖਾ ਮਰਦਾ ਕਿਉਂ ਨਹੀਂ ਮਰਦਾ ਕਹਿੰਦੀ ਸਾਮੀਆਂ ਚਲ ਮਰ ਲੱਗਿਆ ਮੈਂ ਭੁੱਖੇ ਮਰਦੀ ਕਿਸ ਰਹਿ ਜਾਣੀ ਆ ਹਾਂ ਤੂੰ ਲਾਗੇ ਦੀ ਫਿਕਰ ਨਾ ਕਰ ਆਪਣੀ ਫਿਕਰ ਕਰ ਮੈਂ ਕਿਹੜੀ ਫਿਕਰ ਕਰਾਂ ਹੱਦ ਹੋ ਗਈ ਹੈ ਵੀ ਜੈਲਦਾਰ ਮਰ ਗਿਆ ਥਾਂ ਤੇ ਗੁਆਈਆਂ ਦਿੱਤੀਆਂ ਬੁਰਾਈ ਕਰਦੀ ਫਿਰਾਂ ਉਹ ਜਿਹੜਾ ਬੰਦਾ ਹੈ ਜੈਲਦਾਰ ਚੰਗਾ ਚਾਲੀ ਤੂੰ ਘਰ ਵਾਲੀ ਰੱਖਦਾ ਸੀ ਚਾਲੀ ਚਾਲੀ ਕੌਣ ਪਈ ਬਾਹਰ ਕਾਬਿਆ ਮਾਰਦਾ ਮੈਂ ਬਾਬੂ ਆ ਜੀ ਭਗਤਾਂ ਦਾ ਹੈ ਅੱਬੂਆ ਖੋਲ ਪਾੜਵਾ ਨੇ ਠੰਡ ਵਿੱਚ ਪਤਾ ਨਹੀਂ ਕਿੱਥੋਂ ਸਬਜ਼ੀਆਂ ਭੱਜ ਕੇ ਆਈਆਂ ਨੇ ਛੇਤੀ ਕੋਲ ਖੁੱਲਾ ਹੀ ਆਣਾ ਕਹਿ ਦੋ ਆਜੋ ਆਜੋ ਜੀ ਆਓ ਪਰ ਆਪਣੀ ਜਨਾਨੀ ਨਾਲ ਨਾ ਕਰੋ ਵੇਖ ਲੈ ਵੱਡਾ ਆਸ਼ਿਕ ਤਖਤਾ ਜਾਣੇਗਾ ਕੀ ਵੇਖੀ ਆਪਣੀ ਮੈਂ ਦੇਖੀਏ ਤੂੰ ਆਈ ਵੱਡੀ ਸਲੇਟੀ ਹੀ ਰੇ ਚੱਲ ਤੇ ਕੋਲ ਆ ਗਿਆ ਜਾਂਦਾ ਮਾਰ ਜਾ ਚਾਲੀ ਆਜੀ ਆਓ ਖਾਂ ਜਰਾ ਲੇਖਾ ਪਤਾ ਕਰ ਲਈਏ ਪਤਾ ਆਓ ਤੁਸੀਂ ਬਥੇਰਾ ਭਗਤ ਲੁੱਟੇ ਨੇ ਅੱਜ ਤੁਸੀਂ ਭਗਤ ਬਣ ਕੇ ਵੇਖ ਲਓ ਸੋਗੀ ਜੀ ਇਹ ਕਿਤੇ ਆ ਗਏ ਤੁਸੀਂ ਜੀ ਓਏ ਆ ਗਏ ਨਹੀਂ ਉੱਠ ਤੇ ਚੱਲ ਤੇਰਾ ਪੇਟੀ ਖੋਲ ਪੇਟੀ ਕਾਹਦੀ ਖੋਲੋ ਪੇਟੀ ਜੀ ਓਏ ਤੂੰ ਗੱਲਾਂ ਜਿਹਾ ਨਾ ਸੁਣਾ ਮੈਨੂੰ ਹਾਂ ਤੂੰ ਜਨਾ ਨਾ ਮਾਰ ਮਤਾ ਖਾਤਾ ਕਾ ਮੇਰੇ ਕੋਲ ਕੋਈ ਮਾਲ ਮਤਾ ਨਹੀਂ ਹੈਗਾ ਜੀ ਕੱਲ ਕਿਉਂ ਪੜਿਆ ਜੀ ਇਹਨੂੰ ਕਾਹੀ ਹੈ ਹੁਣ ਲੋਕ ਮੈਂ ਕਿਹੜਾ ਖਲੋ ਦਿਆ ਜਦ ਉਹਦਾ ਲੋੜਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪਾਣ ਲੱਗ ਤੇ ਜਾਓਗੇ ਪਰ ਹੋਰ ਕੌਣ ਆਪੇ ਕੱਲ ਜੀ 15-20 ਰੁਪਏ ਮੇਰੇ ਕੋਲ ਹੈਗਾ ਸੀਗਾ ਅੱਜ ਸਵੇਰੇ ਜਮਾ ਕਰਾ ਕੇ ਆਇਆ ਹੁਣ ਕੀ ਤੇਰੇ ਕੋਲ ਹੁਣ ਮੇਰੇ ਕੋਲ ਜੀ ਆ ਦੋ ਟੁੰਮਾਂ ਨੇ ਆ ਸੋਨੇ ਦੀ ਜਗੀਰੀ ਹੈ ਤਾਂ ਚਾਂਦੀ ਤੜਾਗੀ ਹੈ ਜੇ ਲੋੜ ਤੇ ਲੈ ਲਓ ਅੱਛਾ ਰਾਜੀਗਾ ਲੋ ਜਾਓ ਜਾ ਅੱਜ ਤਾਂ ਤੂੰ ਬਚ ਗਿਆ ਪਰ ਯਾਦ ਰੱਖੀ ਫੇਰ ਆਵਾਂਗੇ ਜਮ ਹੋਗੀ ਇਹ ਸਭ ਕੀ ਆ ਗਈ ਕੋਈ ਹੁਕਮ ਕਰ ਤਾਂ ਮੈਂ ਅਖੀਪਤੀ ਤੁਹਾਡੇ ਹਾਜ਼ਰ ਹੋ ਜਾਣਾ ਗਏ ਗੱਲ ਸੁਣੋ ਆ ਮੈਨੂੰ ਬੜੀ ਹੈਰਾਨੀ ਹੋਈ ਆ ਤਲਾਸ਼ੀ ਵੀ ਲੈ ਲਈ ਤੇ ਨਿਕਲਿਆ ਕੁਝ ਵੀ ਨਹੀਂ ਆਈ ਹੁੰਦੀ ਪਈਆਂ ਪਾਗਵਾਨੇ ਇਹੋ ਜਿਹੇ ਵੇਲੇ ਅਸੀਂ ਰਕਮਾਂ ਸੰਦੂਕੜੀ ਥੋੜਾ ਰੱਖਦੇ ਆ ਅਸੀਂ ਰੱਖਦੇ ਆ ਇਹ ਉਰੇ ਬੜਾ ਤੇਰੀ ਇਹ ਰਕਮ ਮਾੜੇ ਕੰਮ ਵਾਸਤੇ ਨਹੀਂ ਵਰਤੀ ਜਾਣੀ ਦੇਸ਼ ਦੇ ਕੰਮ ਆਵੇਗੀ ਆਦੇ ਕੀ ਸ਼ਰਾਬਾਂ ਪੀ ਲੋ ਭਾਵੇਂ ਹਥਿਆਰ ਖਰੀਦ ਲੋ ਪਰ ਸਾਡੇ ਵੱਲੋਂ ਤਾਂ ਗਈ ਨਾ ਉਹਦੇ ਬਾਪੂ ਜੀ ਸੱਪ ਵੀ ਮਰ ਗਈ ਤੇ ਲਾਠੀ ਵੀ ਨਹੀਂ ਟੁੱਟੀ ਆ ਇਹ ਨਹੀਂ ਮਤਲਬ ਕਿੱਥੋਂ ਕੀਤੀ ਦੇਖ ਉਹ ਘਬਰਾ ਦੀ ਲੋੜ ਨਹੀਂ ਕੀ ਸਟਿੱਕ ਪਈ ਭਾਜੀ ਉਹ ਫੜਾ ਨਹੀਂ ਲੈਣਾ ਅੰਗਰੇਜ਼ਾਂ ਦਾ ਰਾਜ ਨਹੀਂ ਲੈਣਾ ਅੰਗਰੇਜ਼ਾਂ ਦਾ ਰਾਜ ਨਹੀਂ ਲੈਣਾ नहीं लेना पार्टी है पर ऐसा मालूम होता है कि पंजाब का पूरा जुआबाही बब्बर हो गया है ऐसा लगता है कि पंजाब का 3 डिस्ट्रिक्ट में हमारा राज खत्म हो गया है लोग भूल गया है हमको हमने लोगों के लिए क्या कुछ नहीं किया हमने उनको रेल दी हमने उनको सड़कें दी एक अच्छा हुकूमत दिया अगर हम इधर को नहीं आता तो इस मुल्क का लोग कुत्ता का माफी का आपस में लड़ के मर जाता अगर हम यहाँ नहीं आता तो इस देश का टुकड़ा टुकड़ा हो जाता जाओ उन बबरों को समझाओ और अगर वो नहीं मानता तो उनके बुड्ढों को दाढ़ी से पकड़कर गलियों में खींचो उनकी औरतों को नंगा कर दो ये बात हम तुम पुलिस वालों को बताता है ये बात तुम पुलिस वालों के काम आएगा अगर कल को हम यहाँ नहीं भी रहेगा तो भी ये बात तुम पुलिस वालों के काम आएगा कुछ दिन अखबारों में शोर मचेगा हमने जलियांवाले बाग में गोली चलाया लोगों ने अखबारों में शोर मचाया हमारा क्या बिगड़ा हम बैठा है अपना बंगला में ब्रिटिश सोल्जर्स की सिक्योरिटी के साथ यू बेवकूफ तुम जाओ बब्बर को डराओ हम तुमको जागीरें देगा इनाम देगा जायदाद देगा समझा ये सब जाओ काम पे लग जाओ रामसन जी जनाब बस औरत तू क्या थे ले आओ जी जनाब चल ਛੱਡ ਮੈਨੂੰ ਛੱਡ ਮੈਨੂੰ ਛੱਡ
ਕੀ ਗੱਲ ਘਰ ਨਹੀਂ ਆਉਂਦਾ? ਕਦੀ ਕਦੀ ਆਉਂਦਾ ਹੈ। ਤੇ ਆਪਣਾ ਪਤਾ ਨਹੀਂ ਦੱਸਦਾ। ਮੈਂ ਨਹੀਂ ਕਦੀ ਪੁੱਛਿਆ। ਝੂਠ ਬੋਲਦੀ ਹੈ ਕਮਜ਼ੋਰ। ਜ਼ਬਾਨ ਸੰਭਾਲ ਕੇ ਬੋਲ। ਇਸ ਤਰ੍ਹਾਂ ਨਹੀਂ ਸਮਝਾਗੀ। ਛੱਡ ਮੈਨੂੰ ਛੱਡ। ਮੈਂ ਬੇਸ਼ਰਮਾ, ਕੋਈ ਸ਼ਰਮ ਕਰ ਲੋ। ਕਿਉਂ ਕਹਿ ਕਰਨ ਦੇ ਹੋ? ਉਹ ਤੂੰ ਵਿੱਚ ਨਾ ਬੋਲ ਮਾਰੀ। ਕਿਉਂ ਨਾ ਬੋਲਾਂ? ਕਿਉਂ ਨਾ ਮੈਂ ਬੋਲਾਂ? ਤੇ ਪਿੰਡ ਵਾਲਿਓ, ਤੁਹਾਡੀਆਂ ਅੱਖਾਂ ਦੇ ਸਾਹਮਣੇ ਵੇਖੋ ਕਿਸ ਤਰ੍ਹਾਂ ਔਰਤ ਦੀ ਇੱਜ਼ਤ ਨੂੰ ਖੁਆਰ ਕਰਨ ਦੇ ਨੇ। ਕੁੰਗੜੀਆਂ ਵਾਲੀਆਂ ਦੇ ਮੂੰਹ 'ਚ। ਦੇਖੋ ਪਿੰਡ ਵਾਲਿਓ, ਤੁਸੀਂ ਪੁਲਿਸ ਦੀਆਂ ਗੱਲਾਂ ਵਿੱਚ ਦਖਲ ਨਾ ਦਿਓ। ਪਰ ਇਸ ਤਰ੍ਹਾਂ ਕਿਸੇ ਅਮਲਾ ਨੂੰ ਖਵਾਰ ਕਰਨਾ ਕਾਨੂੰਨ ਨਹੀਂ। ਤੁਹਾਡੇ ਪਿੰਡ 'ਚ ਜੈਲਦਾਰ ਦਾ ਕਤਲ ਹੋਇਆ ਹੈ ਤੇ ਕਾਤਲ ਨੂੰ ਲੱਭਣਾ ਕਾਨੂੰਨ ਦਾ ਫਰਜ਼ ਹੈ। ਤੇ ਕੀ ਇਹ ਫਰਜ਼ ਨਿਭਾਇਆ ਜਾ ਰਿਹਾ? ਦੇਖੋ, ਕਾਤਲ ਤੁਹਾਡੇ ਪਿੰਡ ਦਾ ਕੁੰਦਨ ਸਿੰਘ ਹੈ ਤੇ ਕੁੰਦਨ ਸਿੰਘ ਨੂੰ ਫੜਨਾ ਸਾਡਾ ਫਰਜ਼ ਹੈ। ਪਰ ਇਹਨੂੰ ਕਿਉਂ ਤੰਗ ਕਰਦੇ ਪਏ ਹੋ? ਇਹਨੂੰ ਤਾਂ ਅਜੇ ਅਸੀਂ ਕੰਮ ਕਰਨਾ ਹੈ, ਥਾਣੇ ਜਾ ਕੇ ਬਿਠਾਉਣਾ ਹੈ ਤਾਂ ਜੋ ਕੁੰਦਨ ਸਿੰਘ ਆਪਣੇ ਆਪ ਨੂੰ ਸਾਡੇ ਹਵਾਲੇ ਕਰੇ। ਜੇ ਮੁਲਜ਼ਮ ਕੁੰਦਨ ਸਿੰਘ ਹੈ, ਤੁਸੀਂ ਉਹਨੂੰ ਫੜੋ। ਇਸ ਤਰ੍ਹਾਂ ਤੁਸੀਂ ਉਹਦੀ ਤੀਵੀਂ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ। ਠੀਕ ਹੈ, ਅਸੀਂ ਚਲੇ ਜਾਂਦੇ ਹਾਂ। ਪਰ ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਕੁੰਦਨ ਸਿੰਘ ਨੂੰ ਫੜਾਉਣ 'ਚ ਤੁਸੀਂ ਸਾਡੀ ਮਦਦ ਕਰੋਗੇ। ਇਹ ਕੁੱਤਾ ਕੰਮ ਕਿਉਂ ਕਰੀਏ? ਅਸੀਂ ਕਿਉਂ ਕਰੀਏ ਕੁੱਤਾ ਕੰਮ? ਅੱਛਾ, ਠੀਕ ਹੈ, ਅਸੀਂ ਹੁਣ ਚਲੇ ਜਾਂਦੇ ਹਾਂ। ਜੇਕਰ ਕੁੰਦਨ ਸਿੰਘ ਫੜਿਆ ਨਾ ਲੱਗਿਆ ਤੇ ਤੁਹਾਡੇ ਸਾਰੇ ਪਿੰਡ ਨੂੰ ਥੇ ਕਰ ਦਿਆਂਗਾ। ਚਲੋ ਚਲੋ ਆਖੀਏ ਚੱਲੀਏ। ਸੁਣੋ ਸੁਣੋ ਸੁਣੋ, ਕੁਝ ਸਿਰ ਘਰੇਲੂ ਜੋ ਆਪਣੇ ਆਪ ਨੂੰ ਬੱਬਰ ਕਹਿੰਦੇ ਸਨ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਏ ਹਨ। ਇਲਾਕੇ ਦੇ ਅਮਨ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਲੋਕਾਂ ਦੀ ਸੂਹ ਦੇਣ ਜਿਹੜੇ ਬੱਬਰਾਂ ਦੇ ਹਮਦਰਦ ਸਨ। ਉਹਨਾਂ ਨੂੰ ਸਰਕਾਰ ਵੱਲੋਂ ਵੱਡੇ ਤੋਂ ਵੱਡਾ ਇਨਾਮ ਦਿੱਤਾ ਜਾਏਗਾ। ਸੁਣੋ 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 ਸੁਣੋ। दुर्गा दास माय डियर दुर्गा दास, हम तुम पे बहुत खुश है दुर्गा दास, लेकिन काम अभी पूरा नहीं हुआ। ਜਨਾਬ, ਬੱਬਰ ਲਹਿਰ ਦੇ ਸਾਰੇ ਵੱਡੇ ਲੀਡਰ ਫੜੇ ਗਏ ਨੇ ਤੇ ਲਹਿਰ ਨੂੰ ਕੁਚਲ ਦਿੱਤਾ ਗਿਆ। ये तुम ठीक कहता है, बब्बर लहर कुचल दिया गया है, लेकिन कोई और लहर भी उठ सकता है। हमने गदर लहर को कुचला था तो ये बब्बर लहर उठ खड़ा हुआ। अब इस बब्बर लहर को कुचलेंगे तो कुछ और भी उठ सकता है। हम उस सब का लिस्ट चाहता है, जो जो बब्बर का दोस्त रिश्तेदार उसका सगा संबंधी रहा है, जिस जिसके घर में भी बब्बर खाना खाता रहा है, उस सब का लिस्ट मांगता है। हम बहुत विजिलेंट होना मांगता है। और तो और हम अभी तक ये भी पता नहीं लगा पाया कि उस रानीपुर के जैलदार का कत्ल किसने किया था। ये इंफॉर्मेशन बहुत इंपॉर्टेंट है, हमको ये पता चलना चाहिए। और वो क्या नाम है उसका, वो कुंदन सिंह कुछ बताता है। ਜਨਾਬ, ਪਿਛਲੇ 10 ਦਿਨਾਂ ਤੋਂ ਅਸੀਂ ਹਰ ਤਰੀਕਾ ਅਜਮਾ ਕੇ ਵੇਖ ਲਿਆ, ਪਰ ਅਸੀਂ ਉਹਦਾ ਮੂੰਹ ਨਹੀਂ ਖੁਲਵਾ ਸਕਦੇ। You idiot! अगर वो गुस्सा से नहीं मानता तो उसको प्यार से मनाओ, उसको वादा फिटनेस बनाओ। ये इंफॉर्मेशन बहुत इंपॉर्टेंट है। वो नौजवान है, सुना है उसका ब्यूटीफुल वाइफ है, उसका लिए उसका मन में कुछ तो कमजोरी होगा। अगर गुस्सा से नहीं मानता तो यूज योर ब्रेन फूल। लेकिन ये इंफॉर्मेशन मिलना चाहिए, हमको पता चलना चाहिए कि रानीपुर के जैलदार का कत्ल आखिर किसने किया। You understand? Yes sir. Now go on, try, you fool. Yes sir. ਰਾਮ ਸਿੰਘ, ਜੀ ਜਨਾਬ, ਕੁੰਦਨ ਸਿੰਘ ਉਹਦੇ ਸਾਥੀ ਨੂੰ ਫੜ ਕੇ ਇੱਥੇ ਲਿਆਓ। ਜੀ ਜਨਾਬ। ਤੇ ਸੁਣ, ਚੰਗੀ ਤਰ੍ਹਾਂ ਤਲਾਸ਼ੀ ਲੈ ਕੇ ਲਿਆਈ। ਜਨਾਬ, ਉਹ 10 ਦਿਨ ਸਾਡੀ ਰਾਤ ਵਿੱਚ ਨੇ, ਹਰ ਤਰ੍ਹਾਂ ਦੀ ਤਲਾਸ਼ੀ ਲੈ ਲਈ ਗਈ ਹੈ, ਨੰਗਿਆ ਕਰਕੇ ਟਾਰਚਰ ਵੀ ਕੀਤਾ ਗਿਆ ਹੈ, ਪਰ ਕੁਝ ਵੀ ਦੱਸਣ ਨੂੰ ਤਿਆਰ ਹੀ ਨਹੀਂ। ਓਏ ਬੇਵਕੂਫਾ, ਹਾਲੀ ਤੱਕ ਉਹ ਬੰਬ ਨਹੀਂ ਮਿਲਿਆ, ਪਤਾ ਨਹੀਂ ਕਿੱਥੇ ਲਗਾਇਆ ਹੋਵੇ। ਜਾ ਤੇ ਚੰਗੀ ਤਰ੍ਹਾਂ ਤਲਾਸ਼ੀ ਲੈ ਕੇ ਫੇਰ ਲਿਆ। ਜੀ ਜਨਾਬ। ਓਹੋ, ਰੱਬ ਇਹਨਾਂ ਬੱਬਰਾ ਵਰਗਾ ਦੁਸ਼ਮਣ ਕਿਸੇ ਨੂੰ ਨਾ ਦੇਵੇ। ਅਸੀਂ ਜ਼ਰੂਰ ਨੇ ਬੱਬਰ ਅਕਾਲੀ, ਜਿਨ੍ਹਾਂ ਦੀ ਮੌਤ ਨਾਲ ਪਿਆਲੀ, ਜਿਨ੍ਹਾਂ ਸੌਂਵੇ ਚਕਾਲੀ, ਕਰਨਾ ਹਿੰਦ ਗੋਰੇ ਤੋਂ ਖਾਲੀ, ਕਰਨਾ ਹਿੰਦ ਗੋਰੇ ਤੋਂ ਖਾਲੀ। ਬਕਵਾਸ ਬੰਦ ਕਰੋ। ਤੁਹਾਨੂੰ ਪਤਾ ਤੁਹਾਨੂੰ ਇੱਥੇ ਕਿਉਂ ਲਿਆਂਦਾ ਗਿਆ? ਪਤਾ ਕਿਉਂ ਲਿਆਂਦਾ ਗਿਆ? ਤੁਹਾਨੂੰ ਨਹੀਂ ਪਤਾ? ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ। ਜੇ ਸਾਡੇ ਮੂੰਹ ਸੁਣਨਾ ਹੀ ਚਾਹੁੰਦੇ ਹੋ ਤਾਂ ਇੰਨਾ ਹੀ ਕਾਫੀ ਹੈ ਕਿ ਸਾਨੂੰ ਇੱਥੇ ਇਸ ਲਈ ਲਿਆਂਦਾ ਗਿਆ ਕਿ ਅਸੀਂ ਹਕੂਮਤਾਂ ਦੇ ਬਾਗੀ। ਬਾਕੀ ਆਪਣੇ ਦਿਲ ਨੂੰ ਤਸੱਲੀ ਦੇਣ ਲਈ ਬਹੁਤ ਸੋਹਣਾ ਨਾ ਚੁਣਿਆ ਤੁਸੀਂ, ਪਰ ਤੁਹਾਨੂੰ ਨਹੀਂ ਪਤਾ ਤੁਹਾਡੇ ਦਾ ਇਲਜ਼ਾਮ ਹੈ ਕਿ ਤੁਸੀਂ ਸ਼ਹਿਰੀਆਂ ਦੇ ਕਤਲ ਕੀਤੇ, ਸ਼ਰੇਆਮ ਡਾਕੇ ਮਾਰੇ।
ਇਹ ਸਾਡੀ ਬਗਾਵਤ ਦਾ ਹਿੱਸਾ ਹੈ। ਡਾਕੇ ਮਾਰਨੇ, ਕਤਲ ਕਰਨੇ, ਕੀ ਇਹ ਬਾਗੀਆਂ ਦੇ ਕੰਮ ਨੇ? ਮਾਸੂਮ ਲੋਕਾਂ ਦੇ ਕਤਲ, ਉਹਨਾਂ ਦੇ ਘਰਾਂ ਤੇ ਡਾਕੇ, ਇਹ ਡਾਕੂਆਂ ਦੇ ਕੰਮ ਜ਼ਰੂਰ ਹੁੰਦੇ ਨੇ, ਪਰ ਕਾਤਲਾਂ ਦੇ ਕਤਲ ਤੇ ਡਾਕੂਆਂ ਦੇ ਕਰੀ ਡਾਕੇ, ਇਹ ਡਾਕੂਆਂ ਦਾ ਨਹੀਂ ਬਾਗੀਆਂ ਦਾ ਕੰਮ ਹੈ, ਦੇਸ਼ ਭਗਤਾਂ ਦਾ ਕੰਮ ਹੈ ਤੇ ਸਾਨੂੰ ਫਖਰ ਹੈ ਕਿ ਅਸੀਂ ਇਹ ਕੰਮ ਕੀਤਾ ਹੈ। ਸ਼ਹਿਰ ਦੇ ਸ਼ਰੀਫ ਸ਼ਵੇਤ ਪੋਸ਼ਾਂ ਦੇ ਕਤਲ, ਡਾਕੇ, ਕੀ ਇਹ ਦੇਸ਼ ਭਗਤਾਂ ਦੇ ਕੰਮ ਨੇ? ਤੁਹਾਡੀਆਂ ਨਜ਼ਰਾਂ ਵਿੱਚ ਉਹ ਸ਼ਰੀਫ ਸਫੇਦ ਫੌਜ ਨੇ, ਪਰ ਸਾਡੀਆਂ ਨਜ਼ਰਾਂ ਵਿੱਚ ਉਹ ਘਟੀਆ ਕਾਤਲ ਹਨ ਜਿਨ੍ਹਾਂ ਨੇ ਝੂਠੀਆਂ ਗਵਾਹੀਆਂ ਦੇ ਕੇ ਅਨੇਕਾਂ ਦੇਸ਼ ਭਗਤਾਂ ਨੂੰ ਫਾਂਸੀਆਂ ਲਗਵਾਈਆਂ। ਤੁਹਾਡੀਆਂ ਨਜ਼ਰਾਂ ਵਿੱਚ ਉਹ ਸ਼ਾਹੂਕਾਰ ਸਾਊ ਨੇ, ਪਰ ਸਾਡੀਆਂ ਨਜ਼ਰਾਂ ਵਿੱਚ ਉਹ ਗਰੀਬਾਂ ਦਾ ਲਹੂ ਪੀਣ ਵਾਲੇ ਨੇ। ਸਾਡੀਆਂ ਨਜ਼ਰਾਂ ਤੇ ਤੁਹਾਡੀਆਂ ਨਜ਼ਰਾਂ ਵਿੱਚ ਫਰਕ ਹੀ ਹੈ। ਹਰ ਇੱਕ ਬਗਾਵਤ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਹੈ ਕਿ ਜੋ ਕੁਝ ਵੀ ਆਲੇ ਦੁਆਲੇ ਗਲਤ ਹੋ ਰਿਹਾ ਹੋਵੇ ਉਸ ਨੂੰ ਠੀਕ ਕੀਤਾ ਜਾਵੇ। ਕੀ ਗਲਤ ਹੋ ਰਿਹਾ? ਆਪਣੇ ਆਪ ਵਿੱਚ ਸਭ ਤੋਂ ਵੱਡੀ ਗਲਤ ਗੱਲ ਇਹ ਹੈ ਕਿ ਸੱਤ ਸਮੁੰਦਰੋਂ ਪਾਰ ਹੋਏ ਮੁੱਠੀ ਪਰ ਲੋਕ ਸਾਡੀਆਂ ਤਕਦੀਰਾਂ ਦੇ ਮਾਲਕ ਬਣ ਕੇ ਬੈਠ ਗਏ ਨੇ। ਓਏ ਸਾਨੂੰ ਦਾ ਸਗੋਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਇੰਨੀ ਪਾਇਦਾਰ ਸਰਕਾਰ ਦਿੱਤੀ ਹੈ। ਹੁਣ ਐਸੇ ਰਾਜ 'ਚ ਸ਼ੇਰ ਤੇ ਬੱਕਰੀ ਇੱਕੋ ਹੀ ਘਾਲ ਤੇ ਪਾਣੀ ਪੀਂਦੇ ਨੇ। ਇਹ ਤੁਸੀਂ ਕਹਿੰਦੇ ਹੋ, ਦੁਨੀਆ ਕਹਿੰਦੀ। ਦੁਨੀਆ ਨਹੀਂ ਕਹਿੰਦੀ, ਸਗੋਂ ਕੁਝ ਟੋਡੀ ਕਹਿੰਦੇ ਨੇ, ਜਿਨ੍ਹਾਂ ਨੂੰ ਇਹ ਗੱਲ ਕਹਿਣ ਪਿੱਛੇ ਰਾਏ ਬਹਾਦਰੀ, ਖਾਨ ਬਹਾਦਰੀ ਤੇ ਸਰਦਾਰ ਬਹਾਦਰੀ ਮਿਲੇ ਨੇ। ਤੇ ਮੈਨੂੰ ਤੁਹਾਡੇ ਮੂੰਹ ਤੇ ਇਹ ਗੱਲ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ। ਬਕਵਾਸ ਬੰਦ ਕਰ, ਮੈਂ ਸੁਣੇ ਤੁਹਾਨੂੰ ਇੱਥੇ ਨਹੀਂ ਲੈਂਦਾ। ਫਿਰ ਕਿਸ ਲਈ ਲਿਆਂਦੇ ਗਏ ਆ ਇਹ ਵੀ ਦੱਸ ਦਿਓ। ਦੱਸ ਦਿੰਦੇ ਆ ਕੋਈ ਕਾਲੀ ਹੈ। ਹਾਂ ਕਾਲੀ, ਕਿਉਂਕਿ ਸਾਨੂੰ ਤੁਹਾਡੇ ਕੋਲ ਇੱਥੇ ਖਲੋਣਾ ਕੋਈ ਚੰਗਾ ਨਹੀਂ ਲੱਗ ਰਿਹਾ। ਵਾਹ, ਤੁਸੀਂ ਤੇ ਏਦਾਂ ਗੱਲਾਂ ਕਰ ਰਹੇ ਹੋ ਜਿਵੇਂ ਤੁਸੀਂ ਸਾਡੀ ਕੈਦ ਵਿੱਚ ਨਹੀਂ, ਅਸੀਂ ਤੁਹਾਡੀ ਕੈਦ ਵਿੱਚ ਬੰਨੇ ਆ। ਇਹ ਤਾਂ ਆਪਣੇ ਆਪਣੇ ਸੋਚਣ ਦਾ ਤਰੀਕਾ ਹੈ। ਅਸੀਂ ਇਹਨਾਂ ਸੰਗਲਾਂ ਵਿੱਚ ਵੀ ਆਪਣੇ ਆਪ ਨੂੰ ਆਜ਼ਾਦ ਸਮਝਦੇ ਹਾਂ ਤੇ ਤੁਸੀਂ ਇੰਨੀ ਰੁਤਬੇ ਵਾਲੀ ਵਰਦੀ ਵਿੱਚ ਵੀ ਗੁਲਾਮੀ ਦਾ ਦਰਜਾ ਰੱਖਦੇ ਹੋ, ਕਿਉਂਕਿ ਤੁਸੀਂ ਆਪਣੇ ਜ਼ਹਿਨ ਤੇ ਗੁਲਾਮੀ ਦੇ ਸੰਗਲ ਪਾ ਰੱਖੇ। ਗੁਲਾਮੀ ਦੇ ਸੰਕਲ ਕੀ ਮਤਲਬ? ਜੇਕਰ ਤੁਸੀਂ ਗੁਲਾਮੀ ਦੇ ਸੰਕਲ ਨਾ ਪਾਏ ਹੁੰਦੇ ਤਾਂ ਇਹ ਗੱਲ ਨਾ ਬੋਲਦੇ ਕਿ ਅੰਗਰੇਜ਼ ਦਾ ਰਾਜ ਬਰਕਤਾਂ ਦਾ ਰਾਜ ਹੈ। ਜਿਸ ਰਾਜ ਦੇ ਥੱਲੇ ਸਾਡੇ ਦੁੱਧ ਦੀਆਂ ਨਦੀਆਂ ਵਾਲਾ ਦੇਸ਼ ਭੁੱਖ ਨੰਗ ਦਾ ਦੇਸ਼ ਹੋ ਗਿਆ, ਜਿਸ ਰਾਜ ਦੇ ਥੱਲੇ ਸਾਡੇ ਦੇਸ਼ ਦੀ ਸੰਗਤ ਉੱਜੜ ਗਈ, ਜਿਸ ਰਾਜ ਦੇ ਥੱਲੇ ਸਾਡੇ ਆਪਣੇ ਕਾਰੀਗਰ ਭੁੱਖੇ ਮਰ ਗਏ, ਜਿਸ ਰਾਜ ਦੇ ਥੱਲੇ ਸਾਡੇ ਆਪਣੇ ਕਾਰਖਾਨੇ ਬੰਦ ਹੋ ਗਏ ਤਾਂ ਜੋ ਬਲਾਤਾਂ ਦੇ ਕਾਰਖਾਨੇ ਚੱਲਦੇ ਰਹੇ। ਤੇ ਜੇਕਰ ਉਸ ਰਾਜ ਨੂੰ ਕੋਈ ਆਪਣਾ ਹੀ ਦੇਸ਼ਵਾਸੀ ਬਰਕਤਾਂ ਦਾ ਰਾਜ ਕਹੇ ਤਾਂ ਉਸ ਨੂੰ ਜ਼ਹਿਨੀ ਤੌਰ ਤੇ ਗੁਲਾਮ ਤੋਂ ਸਿਵਾ ਹੋਰ ਕਿਆ ਵੀ ਕੀ ਜਾ ਸਕਦਾ ਹੈ। ਤੂੰ ਇਹ ਨਾ ਭੁੱਲ ਕਿ ਐਸੇ ਰਾਜ ਦਾ ਤੂੰ ਕਿਸੇ ਵੇਲੇ ਵਫਾਦਾਰ ਸਿਪਾਹੀ ਰਹਿ ਚੁੱਕਿਆ। ਉਹ ਵਫਾਦਾਰੀ ਮੇਰੀ ਜ਼ਿੰਦਗੀ ਦੀ ਵੱਡੀ ਪੁੱਲ ਸੀ। ਕੁਝ ਟਕਿਆਂ ਦੇ ਬਦਲੇ ਮੈਂ ਰੇਗਿਸਤਾਨ ਵਿੱਚ ਲੜਿਆ, ਬਰਫਾਨੀ ਪਹਾੜਾਂ ਤੇ ਲੜਿਆ। ਕਿਸ ਲਈ? ਤਾਂ ਜੋ ਬ੍ਰਿਟਿਸ਼ ਅੰਪਾਇਰ ਵਿੱਚ ਵਾਧਾ ਹੋਵੇ। ਤੇ ਇਸ ਦੇ ਬਦਲੇ ਮੈਨੂੰ ਕੀ ਮਿਲਿਆ? ਮੇਰੇ ਦੇਸ਼ ਵਾਸੀਆਂ ਨੂੰ ਕੀ ਮਿਲਿਆ? ਬੇਇੱਜ਼ਤੀ, ਜਲਾਲਤ। ਤੇ ਜੇ ਅਸੀਂ ਵਿਰੋਧ ਕੀਤਾ ਤਾਂ ਸਾਨੂੰ ਮਿਲੀਆਂ ਜਲਿਆਂਵਾਲੇ ਬਾਗ ਵਿੱਚ ਗੋਲੀਆਂ, ਗੁਰੂ ਕੇ ਬਾਗ ਵਿੱਚ ਲਾਠੀ। ਅਸੀਂ ਬਗਾਵਤ ਕੀਤੀ ਤੇ ਸਾਡੇ ਨਾਲ ਮਰਦਾਂ ਦੀ ਤਰ੍ਹਾਂ ਟੱਕਰ ਲੈਣ ਦੀ ਬਜਾਏ ਤੁਸੀਂ ਸਾਡੇ ਬਜ਼ੁਰਗਾਂ ਨੂੰ ਜਲੀਲ ਕੀਤਾ, ਨੌਜਵਾਨ ਔਰਤਾਂ ਨੂੰ ਪਿੰਡ ਦੀਆਂ ਗਲੀਆਂ ਵਿੱਚ ਧੋਇਆ। ਮੈਨੂੰ ਅਫਸੋਸ ਹੈ ਕਿ ਕਿਸੇ ਵੇਲੇ ਮੈਂ ਇਸ ਤਰ੍ਹਾਂ ਦੇ ਬਦੀ ਖਿਲਾਫ ਲੋਕਾਂ ਦਾ ਵਫਾਦਾਰ ਸਿਪਾਹੀ ਹੁੰਦਾ ਸੀ, ਪਰ ਕੁਝ ਲੋਕ ਐਸੇ ਨੇ ਜਿਹੜੇ ਅਜੇ ਵੀ ਇਸ ਰਾਜ ਦੇ ਗੁਣ ਗਾ ਰਹੇ ਨੇ। ਤੇਰਾ ਇਸ਼ਾਰਾ ਸ਼ਾਇਦ ਸਾਡੇ ਵੱਲੇ। ਇਸ਼ਾਰਾ ਸਮਝਣ ਵਿੱਚ ਤੁਸੀਂ ਕਾਫੀ ਸਮਝਦਾਰ ਲੱਗਦੇ ਹੋ। ਤੂੰ ਵੀ ਸਮਝਦਾਰੀ ਤੋਂ ਕੰਮ ਲੈ, ਹਮੇ ਨਹਕ ਆਪਣੀ ਜਾਨ ਕੋ ਗਵਾ ਦੇ। ਮੈਂ ਸਮਝਿਆ ਨਹੀਂ। ਸਾਡੀ ਖੇਡ ਹੁਣ ਮੁੱਕ ਗਈ। ਇਹ ਤੁਹਾਡੀ ਗਲਤ ਫਹਿਮੀ। ਜੇਕਰ ਸਾਡੀ ਖੇਡ ਮੁੱਕ ਗਈ ਹੈ ਤਾਂ ਸਾਨੂੰ ਕੋਈ ਅਫਸੋਸ ਨਹੀਂ ਕਿ ਅਸੀਂ ਇਹ ਖੇਡ ਕਿਉਂ ਖੇਡੀ। ਜੇਕਰ ਮੌਕਾ ਮਿਲਿਆ ਤਾਂ ਅਸੀਂ ਇਹ ਖੇਡ ਫੇਰ ਖੇਡਾਂਗੇ। ਜੇ ਅਸੀਂ ਨਾ ਰਹੇ ਤੇ ਆਉਣ ਵਾਲੇ ਲੋਕ ਖੇਡਣਗੇ। ਕਿਵੇਂ ਖੇਡੋਗੇ? ਤੁਹਾਡਾ ਜਥੇਦਾਰ ਬਣੇ ਤੁਝੇ ਸਮੇਤ ਜਥੇਦਾਰਾਂ ਦੇ ਫੜਿਆ ਗਿਆ। ਫੇਰ ਕੀ ਫਾਂਸੀ ਲੱਗਣੀ ਯਕੀਨੀ? ਦੇਸ਼ ਭਗਤਾਂ ਨੂੰ ਫਾਂਸੀ ਕੋਈ ਪਹਿਲੀ ਵਾਰ ਨਹੀਂ ਲੱਗਣ ਲੱਗੀ। ਮਨੁੱਖ ਦਾ ਇਤਿਹਾਸ ਇਹਨਾਂ ਫਾਂਸੀਆਂ ਸੂਲੀਆਂ ਦਾ ਇਤਿਹਾਸ ਰਿਹਾ ਹੈ। ਤੁਸੀਂ ਦੱਸੋ ਕਿਹੜੇ ਯੁੱਗ ਵਿੱਚ ਸੱਚ ਨੂੰ ਫਾਂਸੀ ਨਹੀਂ ਲੱਗੀ? ਕਿਹੜੇ ਯੁੱਗ ਵਿੱਚ ਈਸਾ ਸੂਲੀ ਨਹੀਂ ਚੜਿਆ? ਓਏ ਸੂਰਜ ਕਦੀ ਦੀਆਂ ਗੱਲਾਂ ਕਰਨੀਆਂ ਬੜੀਆਂ ਆਸਾਨ ਨੇ, ਪਰ ਸੱਚਾਈ ਇਸ ਤੋਂ ਬੜੀ ਪੌੜੀ ਹੈ। ਤੈਨੂੰ ਆਪਣਾ ਨਹੀਂ ਤੇ ਆਪਣੀ ਘਰਵਾਲੀ ਦਾ ਖਿਆਲ ਕਰ, ਜਿਹਨੂੰ ਇਹ ਸੁਪਨੇ ਤੋਂ ਪਹਿਲਾਂ ਛੱਡ ਜਾਏਗਾ। ਤੁਹਾਨੂੰ ਇਸ ਗੱਲ ਦਾ ਬੜਾ ਖਿਆਲ। ਆਖਰ ਮੈਂ ਵੀ ਇਨਸਾਨ ਹਾਂ। ਤੇ ਉਹ ਜਿਹੜੇ ਤੁਹਾਡੀ ਇਨਸਾਨੀਅਤ ਕਿੱਥੇ ਗਈ ਸੀ ਜਦੋਂ ਤੁਹਾਡੇ ਬੁੱਚੜ ਸਿਪਾਹੀਆਂ ਨੇ ਮੇਰੀ ਘਰਵਾਲੀ ਨੂੰ ਪਿੰਡ ਦੀਆਂ ਗਲੀਆਂ ਵਿੱਚ ਧੋਇਆ, ਉਹਦੀ ਇੱਜ਼ਤ ਲੁੱਟੀ ਤੇ ਤੁਸੀਂ ਦੂਰ ਖੜੇ ਤਮਾਸ਼ਾ ਵੇਖਦੇ ਰਹੇ ਸੀ ਤੇ ਤੁਹਾਡਾ ਅੰਗਰੇਜ਼ ਸਾਹਿਬ ਜਿਆਦਾ ਵਹਿਸ਼ੀਆਨਾ ਹਾਸਾ ਹੱਸਦਾ ਰਿਹਾ ਸੀ। ਹੁਣ ਇਹ ਨਾ ਕਹਿਣਾ ਕਿ ਤੁਹਾਡਾ ਫਰਜ਼ ਸੀ ਕਿਉਂਕਿ ਤੁਸੀਂ ਖਾਕੀ ਵਰਦੀ ਪਾਈ ਹੋਈ ਹੈ। ਤੈਨੂੰ ਇਸ ਵਰਦੀ ਤੋਂ ਬੜੀ ਚਿੜ। ਹਾਂ, ਕਿਉਂਕਿ ਇਹ ਵਰਦੀ ਚੰਗੇ ਭਲੇ ਇਨਸਾਨ ਨੂੰ ਤਰਿੰਦਾ ਬਣਾ ਦਿੰਦੀ ਹੈ। ਖਾਕੀ ਵਰਦੀ ਵਾਲੇ ਲੋਕਾਂ ਨੇ ਪਿਛਲੇ ਕੁਝ ਸਾਲਾਂ ਤੋਂ ਕਾਨੂੰਨ ਦੇ ਨਾਮ ਥੱਲੇ ਜੋ ਤਹਿਦੀਬ ਦਾ ਨੰਗਾ ਨਾਚ ਨਚਿਆ, ਮੈਂ ਕੀ ਆਉਣ ਵਾਲੀਆਂ ਕਈ ਪੁਸ਼ਤਾਂ ਇਸ ਵਰਦੀ ਤੋਂ ਨਫ਼ਰਤ ਕਰਨਗੀਆਂ ਤੇ ਮੈਨੂੰ ਤੋਂ ਇਨਕਾਰ ਕਰਨਗੀਆਂ ਕਿ ਖਾਕੀ ਵਰਦੀ ਪਾ ਕੇ ਕੋਈ ਇਨਸਾਨ ਵੀ ਰਹਿ ਸਕਦਾ ਹੈ।
ਮੈਂ ਵੀ ਤਾਂ ਵਰਦੀ ਪਾਈ ਹੈ। ਪਰ ਦੇਖੋ ਮੈਂ ਤੁਹਾਡੇ ਨਾਲ ਕੋਈ ਮਾੜਾ ਸਲੂਕ ਕਰ ਰਿਹਾ? ਪਿਛਲੇ 10 ਦਿਨਾਂ ਤੋਂ ਜਿਸ ਤਰ੍ਹਾਂ ਤੁਹਾਡੇ ਬੁੱਚੜ ਸਿਪਾਹੀਆਂ ਨੇ ਸਾਨੂੰ ਕੋਇਆ ਹੈ, ਉਸ ਤੋਂ ਵੱਧ ਮਾੜੇ ਸਲੂਕ ਦੀ ਗੁੰਜਾਇਸ਼ ਵੀ ਰਹਿ ਗਈ ਹੈ ਕੋਈ? ਇਹ ਤਾਂ ਸਾਡਾ ਹੀ ਸਦਕਾ ਹੈ ਜਿਸ ਨੇ ਅਜੇ ਤੱਕ ਸਾਨੂੰ ਖੜਾ ਰੱਖਿਆ ਹੈ। ਕੀ ਮਾੜਾ ਸਲੂਕ ਕੀਤਾ? ਪੁੱਠਾ ਟੰਗਣ ਤੋਂ ਲੈ ਕੇ ਲੱਤਾਂ ਵਿੱਚ ਮੰਜੀ ਦੇਣ ਤੱਕ ਦਾ ਕਿਹੜਾ ਤਸੀਹਾ ਨਹੀਂ ਦਿੱਤਾ ਗਿਆ ਸਾਨੂੰ? ਜਦੋਂ ਅਸੀਂ ਤਸੀਹਾਂ ਦੀ ਪੀੜ ਨਾਲ ਪੁਰਾਂਦੇ ਸਾਂ ਤਾਂ ਸਾਡੇ ਬੁੱਚੜ ਹੱਸਦੇ ਸਨ। ਮੈਨੂੰ ਇਸ ਦਾ ਅਫਸੋਸ, ਪਰ ਯਕੀਨ ਮੰਨੋ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਚਲੋ ਨਹੀਂ ਪਤਾ, ਪਰ ਮੈਂ ਤੁਹਾਡੇ ਮਹਿਕਮੇ ਨੂੰ ਵਧਾਈ ਦਿੰਦਾ ਕਿ ਉਹਨੇ ਆਪਣੀ ਭਰਤੀ ਦੇ ਵੇਲੇ ਇਸ ਧਰਤੀ ਦਾ ਕਮੀਨੇ ਤੋਂ ਕਮੀਨਾ ਬੰਦਾ ਲੱਭਣ ਵਿੱਚ ਕੋਈ ਕਸਰ ਨਹੀਂ ਛੱਡੀ। ਤੇ ਸਾਨੂੰ ਦੱਸੋ ਕਿ ਸਾਨੂੰ ਅੱਜ ਇੱਥੇ ਕਿਉਂ ਬੁਲਾਇਆ ਗਿਆ ਹੈ? ਦੇਖੋ ਮੈਂ ਤੁਹਾਨੂੰ ਇੱਕ ਮੌਕਾ ਹੋਰ ਦੇਣਾ ਚਾਹੁੰਦਾ। ਕਿਹੜਾ ਮੌਕਾ? ਤੁਸੀਂ ਵਾਦਾ ਗਵਾਹ ਬਣ ਜਾਓ ਤੇ ਸਾਨੂੰ ਸੂਹ ਦੇਵੋ ਕਿ ਰਾਣੀਪੁਰ ਦੇ ਜੈਲਦਾਰ ਦਾ ਕਤਲ ਕਿਵੇਂ ਕੀਤਾ। ਪਰ ਤੁਸੀਂ ਇਹ ਜਾਣ ਕੇ ਕੀ ਲੈਣਾ? ਕੀ ਇਹ ਕਾਫੀ ਨਹੀਂ ਕਿ ਇਸ ਧਰਤੀ ਦਾ ਗੰਦਾ ਕੀੜਾ ਪੈਰਾਂ ਹੇਠ ਗੁਜ਼ਰ ਦਿੰਦਾ ਹੈ? ਹਲੇ ਕੁਝ ਨਹੀਂ ਇਹ ਤਾਂ ਪਤਾ ਹੋਣਾ ਚਾਹੀਦਾ ਹੈ। ਸਾਨੂੰ ਨਹੀਂ ਪਤਾ। ਤੁਹਾਨੂੰ ਪਤਾ ਹੈ? ਜੇਕਰ ਸਾਨੂੰ ਪਤਾ ਹੀ ਹੋਵੇ ਤਾਂ ਅਸੀਂ ਦੱਸਣਾ ਨਹੀਂ। ਅੱਗੇ ਤਾਂ ਵੱਡੇ ਵੱਡੇ ਦੇ ਦੱਸਣਗੇ। ਲੈ, ਆ ਗਏ ਨਾ ਤੁਸੀਂ ਵੀ ਆਪਣੀ ਆਈ ਤੇ। ਜੇਕਰ ਤੁਸੀਂ ਇਹ ਗੱਲ ਨਾ ਬੋਲਦੇ ਤਾਂ ਮੇਰੇ ਬੋਲ ਗਲਤ ਹੋ ਜਾਣੇ ਸੀ ਕਿ ਖਾਕੀ ਵਰਦੀ ਪਾ ਕੇ ਕੋਈ ਇਨਸਾਨ ਨਹੀਂ ਰਹਿੰਦਾ। ਸ਼ੁਕਰੀਆ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਗੱਲਾਂ ਪੁੱਛਣ ਦਾ ਕੀ ਫਾਇਦਾ? ਤੁਹਾਡੀਆਂ ਕਚਹਿਰੀਆਂ ਨੇ ਸਾਡੇ ਬਾਰੇ ਫੈਸਲੇ ਤਾਂ ਪਹਿਲਾਂ ਹੀ ਲਿਖ ਲਏ ਨੇ। ਇਸ ਦਾ ਮਤਲਬ ਤੁਸੀਂ ਮੌਤ ਨੂੰ ਆਪਣੀ ਤਕਦੀਰ ਮੰਨ ਲਿਆ। ਤਕਦੀਰ ਨਹੀਂ ਮੰਨਿਆ, ਮੌਤ ਦੇ ਭੈ ਨੂੰ ਕਾਬੂ ਕੀਤਾ ਹੈ। ਸਾਡੇ ਸਿਰਾਂ ਤੇ ਕਾਲੀਆਂ ਪੱਗਾਂ ਇਸ ਗੱਲ ਦੀ ਨਿਸ਼ਾਨੀ ਨੇ ਕਿ ਅਸੀਂ ਕਾਲ ਨੂੰ ਆਪਣੇ ਸਿਰ ਤੇ ਬੰਨਿਆ ਹੋਇਆ ਹੈ। ਅਸੀਂ ਮਿਟ ਨਹੀਂ ਸਕਦੇ। ਸਾਡੀ ਹੋਣੀ ਅਕਾਲ ਹੈ, ਇਸੇ ਲਈ ਅਸੀਂ ਬੱਬਰ ਅਕਾਲੀਆਂ ਦੇ ਨਾਮ ਨਾਲ ਜਾਣੇ ਜਾਂਦੇ ਹਾਂ ਤੇ ਸਾਨੂੰ ਇਸ ਨਾਮ ਤੇ ਫਖਰ ਹੈ। ਇਸ ਦਾ ਮਤਲਬ ਹੈ ਕਿ ਮੈਂ ਕਾਗਜ਼ਾਂ ਤੇ ਲਿਖ ਦੇਵਾਂ ਕਿ ਤੁਹਾਨੂੰ ਸਮਝਾਉਣਾ ਬੇਅਰਥ ਹੈ। ਲਿਖ ਦਿਓ। ਕਾਗਜ਼ ਵੀ ਤੁਹਾਡੇ ਨੇ ਤੇ ਲਿਖਣ ਵਾਲੇ ਹੱਥ ਵੀ। ਪਰ ਜੇ ਲਿਖਣ ਤੇ ਆ ਗਏ ਹੋ ਤੇ ਸਾਡੇ ਵੱਲੋਂ ਵੀ ਇੱਕ ਗੱਲ ਲਿਖ ਦਿਓ ਕਿ ਤੁਹਾਡੀਆਂ ਇਹ ਹਨੇਰ ਕੋਠੜੀਆਂ ਖੋਰੇ ਉਜਾਲੇ ਨੂੰ ਰੋਕ ਨਹੀਂ ਸਕਦੀਆਂ। ਦਿਨ ਨੇ ਤੇ ਆਖਰ ਚੜ੍ਹਨਾ ਹੀ ਹੈ, ਕਾਲਖ ਨੂੰ ਸਮੇਟਦੀ। ਕਿਹੜਾ ਦਿਨ? ਉਹ ਦਿਨ ਜਦੋਂ ਇਹ ਧਰਤੀ ਸਾਡੀ ਹੋਵੇ, ਇਹਦੇ ਰੁੱਖ ਸਾਡੇ ਹੋਣਗੇ, ਇਹਨਾਂ ਰੁੱਖਾਂ ਦੀਆਂ ਛਾਵਾਂ ਸਾਡੀਆਂ ਹੋਣਗੀਆਂ, ਇਹਨਾਂ ਦੀਆਂ ਹਵਾਵਾਂ ਸਾਡੀਆਂ ਹੋਣਗੀਆਂ। ਜਾਨ ਤਰੀ ਤੇ ਰੱਖ ਦਈਏ ਕੁਰਬਾਨੀਆਂ, ਦੇਸ਼ ਵਿੱਚੋਂ ਰੋਕੀਏ ਤੁਹਾਡੀਆਂ ਸ਼ੈਤਾਨੀਆਂ। ਰੁੱਸ ਗਈ ਆਜ਼ਾਦੀ ਨੂੰ ਮਨਾਉਣਾ ਸੂਰਮਿਆਂ, ਸਾਮਰਾਜ ਦੇਸ਼ ਚੋਂ ਮੁਕਾਉਣਾ ਸੂਰਮਿਆਂ। ਭਾਈਆਂ ਨਾਲੋਂ ਗੋਰੇ ਤੋੜਦੇ ਨੇ ਭਾਈ ਨੂੰ, ਜਾਨਵਰ ਰੋਕੀਏ ਦੀ ਤਬਾਹੀ ਨੂੰ। ਗੋਲੇ ਦਾ ਤਖਤ ਉਲਟਾਉਣਾ ਸੂਰਮਿਆਂ, ਸਾਮਰਾਜ ਦੇਸ਼ ਚੋਂ ਮਕਾਉਣਾ ਸੂਰਮਿਆਂ। ਅੱਗ ਨੂੰ ਆਈ ਬੈਠ ਗਈ ਬਣ ਕੇ ਘਰ ਵਾਲੀ, ਉੱਡਦੀ ਨਜ਼ਰ ਆਉਗੀ ਇਹ ਟੋਪੀ ਕਾਲੀ। ਅਸੀਂ ਵਲੈਤੀ ਚੋਰ ਤੋਂ ਚਾਹੁੰਦੇ ਛੁਟਕਾਰਾ, ਛੱਡ ਕੇ ਤੁਰ ਜਾਓ ਗੋਰਿਓ ਇਹ ਦੇਸ਼ ਹਮਾਰਾ। ਅਸੀਂ ਖੋਜਮਾਂ ਦੇ ਦੇਸ਼ ਤੋਂ ਚੜ ਗਏ ਪੰਛੀ, ਅਸੀਂ ਤਾਂ ਸਮਝਿਆ ਗੋਰਿਆ ਹੋਣੀ ਨੂੰ ਦਾਸੀ। ਹਰ ਹਿੰਦ ਵਾਸੀ ਜਾਗਿਆ ਕਰ ਦੂ ਨਤਾਰਾ, ਛੱਡ ਕੇ ਤੁਰ ਜਾਓ ਗੋਰਿਓ ਇਹ ਦੇਸ਼ ਹਮਾਰਾ। ਬੇਸ਼ੱਕ ਗੋਲੀ ਮਾਰ ਦੇ ਮੈਨੂੰ ਕੋਈ ਡਰ ਨਹੀਂ, ਲਾਜ ਹਿੰਦ ਵਿੱਚ ਗੋਰਿਓ ਤੁਸੀਂ ਸਕਦੇ ਕਰ ਨਹੀਂ। ਹਿੰਦ ਦੇ ਮੰਦਿਰ ਵਾਸਤੇ ਮੇਰੀ ਚਰਬੀ ਗਾਰਾ, ਛੱਡ ਕੇ ਤੁਰ ਜਾਓ ਗੋਰਿਓ ਇਹ ਦੇਸ਼ ਹਮਾਰਾ। ਅਸੀਂ ਨਹੀਂ ਚਾਹੁੰਦੇ ਵੇਖਣੀ ਹੁਣ ਮਲਕਾ ਗੋਰੀ, ਸਾਡੇ ਦੇਸ਼ ਚ ਰਹੂ ਨਾ ਹੁਣ ਧੱਕਾ ਜ਼ੋਰੀ। ਸਾਡੇ ਸੂਰੇ ਦੱਸ ਗਏ ਸਹਿ ਸਿਰ ਤੇ ਆਲਾ, ਛੱਡ ਕੇ ਤੁਰ ਜਾਓ ਗੋਰਿਓ ਇਹ ਦੇਸ਼ ਹਮਾਰਾ। ਛੱਡ ਕੇ ਤੁਰ ਜਾਓ ਗੋਰਿਓ ਇਹ ਦੇਸ਼ ਹਮਾਰਾ, ਛੱਡ ਕੇ ਤੁਰ ਜਾਓ ਗੋਰਿਓ